ਸਿੱਖਿਆ ਦੇ ਅਲੱਗ-ਅਲੱਗ ਪਹਿਲੂਆਂ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਤੇ ਜ਼ਰੂਰਤ ਹੈ ਐਜੂਕੇਸ਼ਨ ਦੇ ਨਾਲ-ਨਾਲ ਪਾਲਿਸੀਜ਼ ਦੀ ਗੱਲ ਕਰਨੀ, ਕਿਉਂਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਉਹ ਇਸੇ ਵੱਲ ਧਿਆਨ ਦਿੰਦੇ ਨੇ ਕਿ ਆਖਿਰ ਪਾਲਿਸੀਜ਼ 'ਚ ਕੀ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ। ਤੇ ਹਾਲੇ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਮਹਿਜ਼ 2 ਮਹੀਨੇ ਹੋਏ ਨੇ ਸਰਕਾਰ ਬਣੇ ਨੂੰ, ਤੇ ਜ਼ਰੂਰ ਜੇ ਗੱਲ ਕੀਤੀ ਜਾਵੇ ਸਿੱਖਿਆ ਮੰਤਰੀ ਸਾਡੇ ਨਾਲ ਨੇ ਮੀਤ ਹੇਅਰ, ਉਹ ਵੀ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਪਾਲਿਸੀਜ਼ ਦੇ ਵਿੱਚ ਕੀ ਬਦਲਾਅ ਕਰਨ ਦੀ ਜ਼ਰੂਰਤ ਹੈ। ਇਸ ਲਈ ਅਸੀਂ ਮੰਚ ਤੇ ਇਹਨਾਂ ਸ਼ਖਸੀਆਂ ਨੂੰ ਜਿਹੜਾ ਹੈ ਸੱਦਿਆ ਹੈ ਤਾਂ ਕਿ ਇਹ ਜਿਹੜੇ ਗੈਸਟ ਨੇ ਦੱਸ ਸਕਣ, ਸੁਝਾਅ ਜਿਹੜੇ ਦੇ ਸਕਣ ਤੁਹਾਨੂੰ, ਜਿਹੜੇ ਤੁਹਾਡੇ ਵੀ ਅੱਗੇ ਜਾ ਕੇ ਕੰਮ ਜ਼ਰੂਰ ਆ ਸਕਣ। ਕਿਉਂਕਿ ਜੇ ਗੱਲ ਕੀਤੀ ਜਾਵੇ ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਫਾਊਂਡਰ ਨੇ ਨਾਲੇ ਚਾਂਸਲਰ ਸਤਨਾਮ ਸਿੰਘ ਸੰਧੂ ਜੀ, ਹਾਲਾਂਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਨੇ, ਹਰ ਕੋਈ ਇਹਨਾਂ ਨੂੰ ਜਾਣਦਾ ਹੈ। ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ TCY ਤੋਂ ਸਾਡੇ ਨਾਲ CEO ਕਮਲ ਵਡੇਰਾ ਜੀ ਨੇ। ਇਸ ਦੇ ਨਾਲ ਹੀ GNA ਯੂਨੀਵਰਸਿਟੀ ਦੇ ਡੀਨ ਸਾਡੇ ਨਾਲ ਨੇ ਡਾਕਟਰ ਵਿਕਰਾਂਤ ਸ਼ਰਮਾ। ਡਾਕਟਰ ਸਤਨਾਮ ਸੰਧੂ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਸਵਾਲ ਕਰਨਾ ਚਾਹਾਂਗੇ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਝ ਬਦਲਾਅ ਜਿਹੜੇ ਨੇ ਉਹ ਕਰਨ ਦੀ ਜ਼ਰੂਰਤ ਹੈ? ਅੱਜ ਹਰ ਕੋਈ ਕਹਿੰਦਾ ਹੈ ਕਿ ਸਿੱਖਿਆ ਦਾ ਪੱਧਰ ਜਿਹੜਾ ਹੈ ਉਹ ਸੁਧਰਨਾ ਚਾਹੀਦਾ ਹੈ, ਕਿੱਥੇ ਸੁਧਾਰ ਦੀ ਜ਼ਰੂਰਤ ਹੈ? ਮੇਰੇ ਖਿਆਲ ਇਸ ਦੇ ਵਾਸਤੇ ਸੁਧਾਰ ਆਲਰੇਡੀ ਸ਼ੁਰੂ ਹੋ ਚੁੱਕੇ ਨੇ। ਸਾਡੇ ਦੇਸ਼ ਦੇ ਵਿੱਚ ਨਵੀਂ ਸਿੱਖਿਆ ਪਾਲਿਸੀ ਆ ਚੁੱਕੀ ਹੈ, ਨਿਊ ਐਜੂਕੇਸ਼ਨ ਪਾਲਿਸੀ। ਉਹਦੀ ਇੰਪਲੀਮੈਂਟੇਸ਼ਨ ਵਾਸਤੇ ਹੁਣ ਕੰਮ ਚੱਲ ਰਿਹਾ ਹੈਗਾ। ਸੁਧਾਰ ਵਾਲੇ ਪਾਸੇ ਤਾਂ ਆਲਰੇਡੀ ਅਸੀਂ ਤੁਰੇ ਹੋਏ ਹਾਂ। ਔਰ ਬੈਸਟ ਪਾਰਟ ਹੈ ਕਿ ਪੰਜਾਬ ਜਿਹੜਾ ਕਿਸੇ ਵੇਲੇ ਬਹੁਤ ਪਿੱਛੇ ਹੁੰਦਾ ਸੀਗਾ, ਪੰਜਾਬ ਹੁਣ ਮੂਹਰੀ ਭੂਮਿਕਾ ਨਿਭਾ ਰਿਹਾ ਹੈਗਾ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਬੱਚੇ ਬਿਦਰ ਤੇ ਹੋਰ ਸਟੇਟਾਂ ਦੇ ਵਿੱਚ ਜਾ ਕੇ ਐਡਮਿਸ਼ਨ ਵਾਸਤੇ ਜਾਂਦੇ ਸੀ, ਲੇਕਿਨ ਹੁਣ ਉਲਟਾ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਸਾਰੀਆਂ ਇੰਡੀਅਨ ਸਟੇਟਸ ਦੇ ਬੱਚੇ ਨਹੀਂ, ਸਗੋਂ 70-75 ਦੇਸ਼ਾਂ ਦੇ ਬੱਚੇ ਪੰਜਾਬ ਦੇ ਵਿੱਚ ਪੜ੍ਹ ਰਹੇ ਹੈ। ਪਰ ਮੈਂ ਸਿੱਖਿਆ ਮੰਤਰੀ ਜੀ ਇੱਥੇ ਬੈਠੇ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਕਿ ਪੰਜਾਬ ਇੰਟਰਨੈਸ਼ਨਲ ਸਟੂਡੈਂਟਸ ਦੀ ਇੱਕ ਹੱਬ ਬਣਨ ਵੱਲ ਵੱਧ ਰਿਹਾ ਹੈਗਾ। ਔਰ ਬਹੁਤ ਜਲਦੀ ਅਗਰ ਥੋੜ੍ਹਾ ਜਿਹਾ ਅਸੀਂ ਇੱਕ ਨਵੀਂ ਪਾਲਿਸੀ ਇਸ ਦੇ ਵਾਸਤੇ ਲਿਆਈਏ, ਕਿਉਂਕਿ ਪੰਜਾਬ ਇੱਕ ਐਸੀ ਸਟੇਟ ਹੈ ਜਿਹੜੀ ਹਰ ਪੱਖੋਂ ਵਾਈਬਲ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ। ਯੂਰਪ ਬਹੁਤ ਮਹਿੰਗਾ ਹੋ ਗਿਆ, ਨਾਰਥ ਅਮਰੀਕਾ ਬਹੁਤ ਮਹਿੰਗਾ ਹੋ ਗਿਆ। ਪੰਜਾਬ ਦਾ ਜਿਹੜਾ ਐਜੂਕੇਸ਼ਨ ਸਟੈਂਡਰਡ ਹੈ ਉਹ ਇੰਟਰਨੈਸ਼ਨਲ ਪੱਧਰ ਦਾ ਆਲਰੇਡੀ ਅਸੀਂ ਬਣ ਚੁੱਕਿਆ ਹੈਗਾ। ਔਰ ਇੱਥੇ ਦਾ ਵਾਤਾਵਰਨ, ਇੱਥੋਂ ਦੀ ਭਾਸ਼ਾ, ਸਾਰੀਆਂ ਚੀਜ਼ਾਂ ਅਨੁਕੂਲ ਹੈਗੀਆਂ ਨੇ। ਤਾਂ ਪੰਜਾਬ ਆਲਰੇਡੀ ਇਸ ਪਾਸੇ ਸੁਧਾਰ ਵਾਲੇ ਪਾਸੇ ਤੁਰਿਆ ਹੋਇਆ। ਲੇਕਿਨ ਜਿਵੇਂ ਤੁਸੀਂ ਸਵਾਲ ਕੀਤਾ ਕਿ ਭਵਿੱਖ ਦੇ ਵਿੱਚ ਕੀ ਕਰਨ ਦੀ ਜ਼ਰੂਰਤ ਹੈ, ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਸਟੂਡੈਂਟ ਸੈਂਟਰਿਕ ਅਪਰੋਚ ਰੱਖਣ ਦੀ ਲੋੜ ਹੈਗੀ ਆ, ਕਿਉਂਕਿ ਵਿਦਿਆਰਥੀ ਪ੍ਰਮੁੱਖ ਹੋਣਾ ਚਾਹੀਦਾ। ਵਿਦਿਆਰਥੀਆਂ ਵਾਸਤੇ ਸੰਸਥਾਵਾਂ ਨੇ, ਵਿਦਿਆਰਥੀਆਂ ਵਾਸਤੇ ਅਧਿਆਪਕ ਹੈ। ਕਿਤੇ ਨਾ ਕਿਤੇ ਪਿਛਲੇ ਸਮੇਂ ਵਿੱਚ ਕਮੀ ਰਹੀ ਹੈ ਕਿ ਅਸੀਂ ਸਟੂਡੈਂਟ ਐਸਪੀਰੇਸ਼ਨ ਨੂੰ ਅੰਡਰਸਟੈਂਡ ਨਹੀਂ ਕਰ ਪਾਏ ਕਿ ਸਟੂਡੈਂਟ ਕੀ ਚਾਹੁੰਦਾ ਹੈ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ ਆਪਣੇ ਯੂਨੀਵਰਸਿਟੀ ਦੇ CRs ਦੇ ਨਾਲ ਮੀਟਿੰਗ ਕੀਤੀ। ਔਰ ਹੇਰ ਸਾਹਿਬ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਟੀਚਰ ਜਿਹੜੇ ਨੇ ਉਹਨਾਂ ਨੂੰ ਰੇਟ ਕਰੋ ਆਊਟ ਆਫ 10, ਉਹ ਕਿੰਨੇ ਅੱਛੇ ਨੇ ਜਾਂ ਕਿੰਨੇ ਬੁਰੇ ਨੇ। ਤਾਂ ਉਹਨਾਂ ਨੇ ਮੈਜੋਰਟੀ ਨੇ 80% ਦੇ ਕਰੀਬ ਐਵਰੇਜ ਉਹਨਾਂ ਕਿਹਾ ਕਿ ਟੀਚਰ ਸਾਡੇ ਚੰਗੇ ਹੈ। ਮੇਰਾ ਸੈਕੰਡ ਸਵਾਲ ਸੀ ਕਿ ਅਗਰ ਅਟੈਂਡੈਂਸ ਦਾ, ਹਾਜ਼ਰੀ ਦਾ ਮੈਕੈਨਿਜ਼ਮ ਹਟਾ ਦਈਏ ਤਾਂ ਖੁਸ਼ੀ ਨਾਲ ਕਲਾਸ ਕਿੰਨੇ ਬੱਚੇ ਜਾਣਾ ਚਾਹਣਗੇ? ਤੇ ਉਹਨਾਂ ਦਾ ਜਵਾਬ ਸੋਚਣ ਲੱਗ ਗਏ ਔਰ ਉਹਨਾਂ ਨੇ ਜਵਾਬ ਦਿੱਤਾ ਕਿ 10-15% ਤੋਂ ਜ਼ਿਆਦਾ ਬੱਚੇ ਖੁਸ਼ੀ ਨਾਲ ਕਲਾਸ 'ਚ ਨਹੀਂ ਜਾਣਗੇ। ਮੈਂ ਵੀ ਬੜਾ ਹੈਰਾਨ ਹੋਇਆ। ਮੈਂ ਉਹਨਾਂ ਨੂੰ ਪੁੱਛਿਆ ਕਿ ਸੈਲਫ ਕੰਟਰਾਡਿਕਟਰੀ ਸਟੇਟਮੈਂਟ ਕਿਉਂ ਹੈ, ਕਿ ਟੀਚਰ ਤਾਂ ਬਹੁਤ ਚੰਗਾ ਹੈ, ਤੁਸੀਂ ਹੁਣੇ ਕਿਹਾ, ਲੇਕਿਨ ਕਲਾਸ ਜਾਣ ਦਾ ਮਨ ਨਹੀਂ ਕਰ ਰਿਹਾ ਤੁਹਾਡਾ। ਤੇ ਉਹਨਾਂ ਦਾ ਜਵਾਬ ਜਿਹੜਾ ਸੀ, ਮੈਂ ਕਿਹਾ ਕਾਰਨ ਕੀ ਹੈ? ਉਹ ਕਹਿੰਦੇ ਮਜ਼ਾ ਨਹੀਂ ਆਉਂਦਾ। ਹੁਣ ਮਜ਼ਾ ਨਾ ਆਉਣ ਦਾ ਕਾਰਨ ਇਹ ਕਿ ਸਟੂਡੈਂਟ ਜਿਸ ਤਰੀਕੇ ਨਾਲ ਪੜ੍ਹਨਾ ਚਾਹੁੰਦਾ ਹੈ, ਜਿਸ ਲੈਵਲ ਦੀ ਐਕਸਪੀਰੀਐਂਸ਼ੀਅਲ ਲਰਨਿੰਗ ਲੈਣਾ ਚਾਹੁੰਦਾ, ਸ਼ਾਇਦ ਅਸੀਂ ਉਹ ਦੇਣ ਦੇ ਵਿੱਚ ਕਿਤੇ ਉਹਨੂੰ ਸਮਝ ਨਹੀਂ ਸਕੇ, ਉਹ ਕਾਮਯਾਬ ਨਹੀਂ। ਅਸੀਂ ਪੁਰਾਣੇ ਟ੍ਰੈਡੀਸ਼ਨਲ ਮੈਥਡਸ ਦੇ ਨਾਲ, ਤੁਸੀਂ ਖੁਦ ਇੰਜੀਨੀਅਰਿੰਗ ਕੀਤੀ ਹੈ, ਦੇਖਿਆ ਕਿ ਜਿਹੜੀਆਂ ਬੇਸਿਕ ਚੀਜ਼ਾਂ ਬੱਚੇ ਕੋਲ ਇੰਟਰਨੈਟ 'ਤੇ ਆਸਾਨੀ ਨਾਲ ਅਵੇਲੇਬਲ ਨੇ, ਉਹ ਅਸੀਂ ਫਿਰ ਕਲਾਸ ਜਾ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਨਾਲ ਬੋਰੀਅਤ ਮਹਿਸੂਸ ਕਰਦਾ ਹੈ ਬੱਚਾ। ਫਿਰ ਅਸੀਂ ਜ਼ਬਰਦਸਤੀ ਕਰਦਾ, ਫਿਰ ਉਹਨੂੰ ਡਿਟੇਨ ਕਰਦੇ ਹਾਂ ਕਿ ਕਲਾਸ ਤੇਰੀਆਂ ਹਾਜ਼ਰੀਆਂ ਘੱਟ ਹੈ। ਬਿਹਤਰ ਹੋਵੇਗਾ ਕਿ ਜਿਹੜੇ ਸਾਡੇ ਸਿਲੇਬਸ ਕੁਰਿਕੁਲਮ ਨੇ ਉਹ ਤਾਂ ਅਪਡੇਟਡ ਨੇ, ਉਹਦੇ 'ਚ ਕੋਈ ਮੈਨੂੰ ਸ਼ੱਕ ਨਹੀਂ ਹੈਗਾ। ਸਾਰੀਆਂ ਇੰਸਟੀਟਿਊਸ਼ਨ ਜਿਹੜੀਆਂ ਕਰ ਰਹੀਆਂ, ਸਰਕਾਰੀ ਗੈਰ ਸਰਕਾਰੀ, ਲੇਕਿਨ ਜਿਹੜਾ ਸਾਡਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਨਾ, ਉਹ ਸਮੇਂ ਦੇ ਹਾਣ ਦਾ ਨਹੀਂ ਹੈਗਾ। ਉੱਥੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਕਿ ਬੱਚਿਆਂ ਨੂੰ ਅਸੀਂ ਕਿਵੇਂ ਇੰਸਪੀਰੇਸ਼ਨਲ ਜਿਹੜਾ ਟੀਚਿੰਗ ਲਰਨਿੰਗ ਪ੍ਰੋਵਾਈਡ ਕਰ ਸਕੀਏ, ਖੁਸ਼ੀ ਨਾਲ ਆਉਣ ਉਹ। ਔਰ ਉਹਦੇ ਵਾਸਤੇ ਸਿੰਪਲ ਜਿਹਾ ਫੰਡਾ ਜਿਹੜਾ ਮੈਂ ਸਮਝਦਾ ਕਿ ਬੱਚਾ ਇਨੋਵੇਟ ਕਰਨਾ ਚਾਹੁੰਦਾ, ਬੱਚਾ ਕੋਈ ਨਵਾਂ ਤਜਰਬਾ ਕਰਨਾ ਚਾਹੁੰਦਾ, ਬੱਚਾ ਪ੍ਰੋਜੈਕਟਸ 'ਤੇ ਕੰਮ ਕਰਨਾ ਚਾਹੁੰਦਾ, ਉਸ ਦੇ ਨਾਲ ਬੱਚਾ ਪੜ੍ਹਨਾ ਚਾਹੁੰਦਾ। ਲੇਕਿਨ ਅਸੀਂ ਕਹੀਏ ਕਿ ਲੈਬ ਤਾਂ ਤੇਰੇ ਵਾਸਤੇ ਚੰਗੀ ਬਣਾਉਣੀ ਨਹੀਂ, ਤੈਨੂੰ ਅਸੀਂ ਪ੍ਰੋਜੈਕਟ ਦੇਣਾ ਨਹੀਂ ਤੇ ਤੂੰ ਪੜ੍ਹਾਈ ਕਰ, ਉਹ ਠੀਕ ਨਹੀਂ ਹੈ।
ਇੱਕ ਤਾਂ ਇਹ ਹੈਗਾ, ਦੂਸਰਾ ਹੈਗਾ ਕਿ ਬੱਚੇ ਦਾ ਜਿਹੜਾ ਵੈਲਿਊਏਸ਼ਨ ਦਾ ਸਿਸਟਮ ਸਾਡਾ ਉਹ ਵੀ ਫਾਲਟੀ ਹੈ ਕਿ ਜਿਹੜੀ ਅਸੀਂ ਪ੍ਰੀਖਿਆ ਲੈਂਦੇ ਆ, ਪ੍ਰੀਖਿਆ ਪ੍ਰਣਾਲੀ ਵੀ ਹੁਣ ਤੁਸੀਂ ਦੇਖੋਗੇ ਕਿ ਹੁਣ ਜ਼ਿਆਦਾ ਸਮੱਸਿਆ ਹੈਗੀ ਜਿਹੜੀਆਂ ਐਫੀਲੇਟਿੰਗ ਯੂਨੀਵਰਸਿਟੀ, ਜਿਹੜੀਆਂ ਵੱਡੀਆਂ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਹੋ ਰਿਹਾ ਹੈ ਕਿ ਜਿੱਥੇ ਲੱਖਾਂ ਸਟੂਡੈਂਟ ਜਿਹੜੇ ਆ, ਮੈਂ ਨੁਕਤਾਚੀਨੀ ਨਹੀਂ ਕਰ ਰਿਹਾ, ਬਹੁਤ ਅੱਛਾ ਕੰਮ ਕਰ ਰਹੀਆਂ ਨੇ ਉਹ, ਲੇਕਿਨ ਇਹ ਹਕੀਕਤ ਹੈ ਕਿ ਮਾਸ ਸਪਲੀ ਆਉਂਦੀ ਹੈ। ਕਿਸੇ ਇੱਕ ਪੇਪਰ ਦੇ ਨੁਕਸ ਕਰਕੇ ਪੂਰੇ ਦੇ ਪੂਰੇ ਬੈਚ ਦੇ ਬੱਚੇ ਸਪਲੀ ਆ ਜਾਂਦੇ। ਔਰ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਨੇ ਜਿਹੜੀਆਂ ਕਿ ਉਹ ਕਹਿੰਦੀਆਂ ਨੇ ਕਿ ਤੁਹਾਡੀ ਡਿਗਰੀ ਦੇ ਵਿੱਚ ਕੋਈ ਸਪਲੀ ਨਾ ਆਈ ਹੋਵੇ, ਚਾਹੇ ਤੁਸੀਂ ਕਲੀਅਰ ਕਰ ਲਈਏ, ਪਾਸ ਹੋ ਗਏ, ਲੇਕਿਨ ਤੁਹਾਡੇ 'ਤੇ ਸਟਿਗਮਾ ਨਾ ਹੋਵੇ। ਚੰਗੀਆਂ ਕੰਪਨੀਆਂ, ਮਾਈਕਰੋਸਾਫਟ ਹੋ ਗਈ, ਗੂਗਲ ਹੋ ਗਈ, ਤੁਸੀਂ ਸਪਲੀ ਕਲੀਅਰ ਕਰ ਲਿਓ ਤਾਂ ਵੀ ਤੁਹਾਨੂੰ ਐਂਟਰਟੇਨ ਨਹੀਂ ਕਰਦੀਆਂ। ਬੱਚੇ ਦਾ ਕਸੂਰ ਨਹੀਂ ਹੈ, ਕਸੂਰ ਕਾਹਦਾ? ਸਾਡੇ ਐਗਜ਼ਾਮੀਨੇਸ਼ਨ ਸਿਸਟਮ ਦਾ ਹੈ। ਮੇਰਾ ਖਿਆਲ ਹੈ ਕਿ ਇਹ 2-3 ਚੀਜ਼ਾਂ ਹੈਗੀਆਂ ਨੇ, ਸਾਡਾ ਇਵੈਲੂਏਸ਼ਨ ਪ੍ਰੋਸੈਸ, ਸਾਡਾ ਟੀਚਿੰਗ ਲਰਨਿੰਗ, ਇਹ ਸੁਧਾਰ ਕਰਨ ਦੀ ਲੋੜ ਹੈਗੀ ਆ। ਤੀਸਰੀ ਜਿਹੜੀ ਗੱਲ ਇੰਪੋਰਟੈਂਟ ਹੈਗੀ ਆ, ਕਿਉਂਕਿ ਹੁਣ ਮੰਤਰੀ ਜੀ ਵੀ ਬੈਠੇ ਆ, ਸਾਰੇ ਇਹਨਾਂ ਨੂੰ ਸੰਬੋਧਿਤ ਹੋ ਰਹੇ ਆ ਕਿਉਂਕਿ ਉਮੀਦਾਂ ਇਹਨਾਂ ਤੋਂ ਨੇ, ਇਹਨਾਂ ਨੇ ਬਹੁਤ ਸਾਰੇ ਫੈਸਲੇ ਲੈਣੇ ਆ। ਟੀਚਿੰਗ ਡਿਵੈਲਪਮੈਂਟ ਜਿਹੜੀ ਸਾਡੀ ਹੈਗੀ ਆ, ਜਿਹੜੀ ਟੀਚਰਾਂ ਦੀ ਟ੍ਰੇਨਿੰਗ ਹੈ, ਉਹ ਬਿਲਕੁਲ ਖਾਨਾ ਪੂਰਤੀ ਹੈ ਜੀ। FTP ਦੇ ਨਾਮ 'ਤੇ ਸਾਰੀਆਂ ਇੰਸਟੀਟਿਊਸ਼ਨ ਕਰਦੀਆਂ, ਲੇਕਿਨ ਸਾਡੀ ਜਿੰਨੀ ਦੇਰ ਅਸੀਂ ਨਿਊ ਪੈਡਾਗੋਜੀਜ਼ 'ਤੇ ਰਿਸਰਚ ਨਹੀਂ ਕਰਦੇ, ਜਿਹੜੀ ਮੈਂ ਪਹਿਲਾਂ ਪ੍ਰੋਬਲਮ ਦੱਸੀ ਹੈ ਕਿ ਬੱਚੇ ਨੂੰ ਕਿਸ ਤਰੀਕੇ ਨਾਲ ਪੜ੍ਹਾਉਣਾ, ਬੱਚੇ ਦੀ ਸਮੱਸਿਆ ਕਿਵੇਂ, ਰਿਸਰਚ ਨਹੀਂ ਕਰਦੇ, ਤਾਂ ਸਾਡੀ ਸਟੇਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇੰਸਟੀਚਿਊਟ ਜਿਹੜਾ ਹੈ ਉਹ ਨਹੀਂ ਹੈਗਾ। ਅਗਰ ਸਟੇਟ ਲੈਵਲ ਦੇ ਇੱਕ ਵੀ ਖੁੱਲ੍ਹ ਜਾਵੇ ਤਾਂ ਮੇਰਾ ਖਿਆਲ ਹੈ ਕਿ ਸਾਰੀਆਂ ਇੰਸਟੀਟਿਊਸ਼ਨ ਉੱਥੋਂ ਟ੍ਰੇਨਿੰਗ ਲੈ ਕੇ ਟੀਚਰ। ਔਰ ਇਸ ਦੇ ਨਾਲ ਇੱਕ ਹੋਰ ਜੁੜੀ ਹੋਈ ਵੱਡੀ ਸਮੱਸਿਆ ਹੈਗੀ ਆ, ਉਹ ਸਰਕਾਰ ਨੂੰ ਵੀ ਫੇਸ ਹੋ ਰਹੀ ਹੈ, ਸਾਨੂੰ ਵੀ ਹੋ ਰਹੀ ਆ, ਕਿ ਅਕੈਡਮਿਕ ਲੀਡਰਸ਼ਿਪ ਦੀ ਬੜੀ ਘਾਟ ਹੈ। ਨਾ ਤਾਂ ਕੋਈ ਸਾਡੇ ਕੋਲ ਕੰਪੀਟੈਂਟ VC ਸਾਨੂੰ ਛੇਤੀ ਲੱਭਦੇ ਨੇ, ਨਾ ਹੀ ਸਾਨੂੰ ਡਾਇਰੈਕਟਰ, ਪ੍ਰਿੰਸੀਪਲ ਅਸੀਂ ਲਗਾ ਲੈਂਦੇ ਹਾਂ ਕਿਉਂਕਿ ਐਲੀਜੀਬਲ ਤਾਂ ਬਹੁਤ ਸਾਰੇ ਆ। ਉਹਦਾ ਕਾਰਨ ਇਹ ਕਿ ਅਸੀਂ ਉਹਨਾਂ ਦੀ ਟ੍ਰੇਨਿੰਗ ਵਾਸਤੇ ਕੋਈ ਇੱਕ ਇੰਸਟੀਚਿਊਟ ਨਹੀਂ ਸਾਡੇ ਕੋਲ। ਅਕੈਡਮਿਕ ਲੀਡਰਸ਼ਿਪ ਟ੍ਰੇਨਿੰਗ ਸਾਡੇ ਕੋਲੇ ਨਾਟ ਈਵਨ ਸਿੰਗਲ ਪ੍ਰੋਗਰਾਮ ਨਹੀਂ ਹੈ ਸਟੇਟ ਦੇ ਕੋਲੇ। ਤਾਂ ਮੇਰੀ ਬੇਨਤੀ ਹੈ ਕਿ ਇੱਕ ਤਾਂ ਜਿਹੜਾ ਸੈਂਟਰ ਲੈਵਲ ਤੇ ਸਟੇਟ ਦਾ ਆਪਣਾ ਇੱਕ ਹੱਬ ਹੋਵੇ ਜਿੱਥੇ ਅਸੀਂ ਟ੍ਰੇਨ ਕਰ ਸਕੀਏ। ਔਰ ਲੀਡਰਸ਼ਿਪ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਜੀ। ਜਿੰਨੇ ਅਸੀਂ ਲੀਡਰ ਡਿਵੈਲਪ ਨਹੀਂ ਕਰਾਂਗੇ ਉਹ ਚਲਾ ਨਹੀਂ ਸਕਣਗੇ ਸੰਸਥਾਵਾਂ ਨੂੰ। ਤੇ 2-3 ਬੇਸਿਕ ਜਿਹੜੇ ਸੁਝਾਅ ਨੇ ਉਹ ਮੈਂ ਸਮਝਦਾ ਕਿ ਜ਼ਰੂਰੀ ਨੇ। ਬਿਲਕੁਲ ਨਾ, ਟੀਚਰਸ ਨੂੰ ਗੁਰੂ ਕਿਹਾ ਜਾਂਦਾ ਹੈ, ਜੇ ਗੁਰੂ ਹੀ ਟ੍ਰੇਨ ਨਹੀਂ ਹੋਣਗੇ ਤਾਂ ਉਹ ਬੱਚਿਆਂ ਨੂੰ ਆਪਣੇ ਕਿਸ ਤਰ੍ਹਾਂ ਟ੍ਰੇਨ ਜਿਹੜੇ ਆ ਉਹ ਮੇਰੇ ਖਿਆਲ ਗੁਰੂ ਦੇਖੋ ਟ੍ਰੇਨਿੰਗ ਦਾ, ਮੈਂ ਗੁਰੂਆਂ ਤੇ ਕਿਉਂਕਿ ਮੇਰੇ ਨਾਲ ਦੁਆਲੇ ਹੋ ਜਾਣ ਸਾਰੇ, ਅਸੀਂ ਉਹਨਾਂ ਦੇ ਨਾਲ ਜੁੜ ਕੇ ਕੰਮ ਕਰਦੇ ਹਾਂ। ਗੁਰੂ ਕਾਬਲ ਨੇ, ਉਹਨਾਂ ਦੀਆਂ ਪੜ੍ਹਾਈਆਂ, ਉਹਨਾਂ ਦੇ ਜਿਹੜੀਆਂ ਹੁਣ ਤੱਕ ਡਿਗਰੀਆਂ ਹਾਸਲ ਕੀਤੀਆਂ ਨੇ, ਲੇਕਿਨ ਸਮੇਂ ਦੇ ਨਾਲ ਰੈਲੇਵੈਂਟ ਰਹਿਣ ਵਾਸਤੇ ਟ੍ਰੇਨਿੰਗ ਤਾਂ ਹੁਣ IAS ਆਫੀਸਰਸ ਦੀ ਵੀ ਹੁੰਦੀ ਹੈ, IPS ਦੀ ਵੀ ਹੁੰਦੀ ਹੈ। ਇਹਦਾ ਮਕਸਦ ਇਹ ਨਹੀਂ ਕਿ ਕਾਬਲ ਨਹੀਂ ਹੈ, ਲੇਕਿਨ ਸਮੇਂ ਦੇ ਹਾਣ ਦਾ ਬਣਾਏ ਰੱਖਣ ਦੇ ਵਾਸਤੇ ਸਿਸਟਮ ਨੂੰ ਜਿਹੜੀਆਂ ਉਹ ਟ੍ਰੇਨਿੰਗਸ ਨੇ, ਡਿਵੈਲਪਮੈਂਟਸ ਨੇ, ਉਹ ਜ਼ਰੂਰੀ ਨੇ। ਬਿਲਕੁਲ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਟੀਚਰਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਅਬਰੋਡ ਦੇ ਵਿੱਚ ਕਰਵਾਵਾਂਗੇ, ਕਿਉਂਕਿ ਦਿੱਲੀ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਟੀਚਰਸ ਨੂੰ ਜਿਹੜਾ ਹੈ ਅਬਰੋਡ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਕਿਹਾ ਵੀ ਜਾ ਰਿਹਾ ਹੈ ਕਿ ਜੂਨ-ਜੁਲਾਈ ਦੀ ਛੁੱਟੀਆਂ ਤੋਂ ਬਾਅਦ ਇਹ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋ ਜਾਏਗਾ। ਇਸ ਦੇ ਨਾਲ ਹੀ ਸਾਡੇ ਨਾਲ GNA ਯੂਨੀਵਰਸਿਟੀ ਤੋਂ ਸਾਡੇ ਨਾਲ ਡਾਕਟਰ ਵਿਕਰਾਂਤ ਜੀ ਨੇ। ਵਿਕਰਾਂਤ ਜੀ, ਬਹੁਤ ਸਾਰੇ ਪਹਿਲੂਆਂ ਦਾ ਜ਼ਿਕਰ ਜਿਹੜਾ ਹੈ ਉਹ ਸਤਨਾਮ ਜੀ ਨੇ ਕੀਤਾ। ਤੁਹਾਨੂੰ ਕੀ ਲੱਗਦਾ ਹੈ, ਤੁਹਾਨੂੰ ਲੱਗਦਾ ਹੈ ਕਿ ਟਾਈਮ ਦੇ ਨਾਲ ਸੁਧਾਰ ਹੋ ਰਿਹਾ ਹੈ ਜਾਂ ਹੋਰ ਵੀ ਜ਼ਰੂਰਤ ਹੈ? ਜਿਹੜੀਆਂ GNA ਵਰਗੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੀਆਂ ਸਰਕਾਰ ਤੋਂ ਕੀ ਉਮੀਦਾਂ ਨੇ? ਕਿਉਂਕਿ ਬਹੁਤ ਸਾਰੀ ਯੂਨੀਵਰਸਿਟੀਜ਼, ਬਹੁਤ ਸਾਰੇ ਕਾਲਜਸ ਆਉਂਦੇ ਨੇ, ਲੇਕਿਨ ਬੱਚੇ ਕਨਫਿਊਜ਼ ਰਹਿੰਦੇ ਨੇ ਕਿ ਅਸੀਂ ਕਿਹੜੇ ਕਾਲਜ ਦੇ ਵਿੱਚ ਦਾਖਲਾ ਲਈਏ। ਜਿਨ੍ਹਾਂ ਦੇ ਨਾਂ ਪਤਾ ਹੁੰਦੇ ਨੇ ਉੱਥੇ ਬਹੁਤ ਵੱਡੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ, ਤੇ ਜਿਹੜੀ ਯੂਨੀਵਰਸਿਟੀ ਦਾ ਪਤਾ ਨਹੀਂ ਹੁੰਦਾ, ਜਿਹੜੇ ਐਂਡ ਵਿੱਚ ਬੱਚੇ ਰਹਿ ਜਾਂਦੇ ਨੇ, ਉਹ ਵਿਚਾਰੇ ਕੋਸ਼ਿਸ਼ ਕਰਦੇ ਨੇ ਕਿ ਇੱਥੇ ਹੀ ਸਾਡੀ ਐਡਮਿਸ਼ਨ ਹੋ ਜੇ, ਐਟਲੀਸਟ ਅਸੀਂ ਪੜ੍ਹ ਲਿਖ ਜਾਈਏ। ਮੈਡਮ, ਪਹਿਲਾਂ ਤਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਨਹੀਂ ਹੈ। ਬੱਚੇ ਨੂੰ ਅੱਜ ਕੱਲ੍ਹ ਬਹੁਤ ਫੈਸਿਲਿਟੀਜ਼ ਹੈ, ਬੱਚਾ ਅਵੇਅਰ ਹੈ, ਠੀਕ ਹੈ। ਉਹ ਬੱਚਾ ਹੁਣ ਪਹਿਲੇ ਵਾਲਾ ਨਹੀਂ, ਅੱਜ ਤੋਂ 10 ਸਾਲ ਪਹਿਲੇ ਵਾਲਾ ਬੱਚਾ ਨਹੀਂ ਹੈ। ਜਿੱਦਾਂ ਸਤਨਾਮ ਸਰ ਨੇ ਦੱਸਿਆ ਕਿ ਮੇਨ ਜਿਹੜੀ ਇਸ ਵੇਲੇ ਜ਼ਰੂਰਤ ਹੈਗੀ ਹੈ ਉਹ ਬੇਸਿਕਸ ਤੋਂ ਸਪੈਸ਼ਲਾਈਜੇਸ਼ਨ ਵੱਲ ਆਉਣ ਵਾਲੀ ਹੈ। ਕਿਉਂਕਿ ਅਗਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਬਹੁਤ ਜ਼ਿਆਦਾ ਲਰਨ ਕਰਕੇ ਨਿਕਲੇ, ਉਹਦੇ ਲਈ ਕੀ ਹੈ ਕਿ ਜਿਹੜੇ ਬੇਸਿਕਸ ਹੈ ਉਹ ਸਾਨੂੰ ਸਕੂਲ ਲੈਵਲ 'ਤੇ ਖਤਮ ਕਰ ਦੇਣੇ ਚਾਹੀਦੇ, ਠੀਕ ਹੈ। +2 ਤੱਕ ਉਹਨੂੰ ਬੇਸਿਕਸ ਕਲੀਅਰ ਕਰ ਦੇਣੇ ਚਾਹੀਦੇ। ਉਸ ਤੋਂ ਬਾਅਦ ਕੀ ਹੈ ਕਿ ਜਿਹੜੀ ਫੀਲਡ ਵਿੱਚ ਉਹਨੇ ਸਪੈਸ਼ਲਾਈਜੇਸ਼ਨ ਕਰਨੀ ਹੋਵੇ ਉਹ ਉਹਨੂੰ ਰਾਈਟ ਬਿਗਨਿੰਗ ਤੋਂ ਯੂਨੀਵਰਸਿਟੀਜ਼ 'ਚ ਮਿਲਣੀ ਚਾਹੀਦੀ ਹੈ, ਠੀਕ ਹੈ। ਮੈਂ ਤਾਂ ਅੱਜ ਤੋਂ 4-5 ਸਾਲ ਪਹਿਲਾਂ ਕਿਸੇ ਡਿਬੇਟ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਇੰਜੀਨੀਅਰਿੰਗ ਦਾ ਨਾਮ ਹੀ ਕਰ ਦਿਓ, ਠੀਕ ਹੈ। ਜਿਹੜੇ ਇੰਜੀਨੀਅਰਿੰਗ ਦੀ ਡਿਗਰੀ ਕਰ ਦਿਓ, ਜਿਹਨੇ ਜਿਸ ਚੀਜ਼ ਸਪੈਸ਼ਲਾਈਜੇਸ਼ਨ ਲੈਣੀ ਹੈ ਉਹ ਦੇ ਦਿਓ। ਕਿਉਂਕਿ ਤੁਸੀਂ ਦੇਖੋ, ਉਹਨੇ ਇਸੇ ਹੀ ਮੰਚ 'ਤੇ ਕਹਿ ਰਹੇ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਟਾਈਮ ਹੈ, IoT ਦਾ ਟਾਈਮ ਹੈ। ਦੇਖੋ, ਉਹ ਸਪੈਸ਼ਲਾਈਜੇਸ਼ਨਸ ਹੈਗੀਆਂ। ਅਤੇ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਇੱਦਾਂ ਦਾ ਸਬਜੈਕਟ ਹੈ ਜਿਹਨੂੰ ਮਕੈਨੀਕਲ ਇੰਜੀਨੀਅਰ ਵੀ ਪੜ੍ਹਦਾ, ਇਲੈਕਟ੍ਰੋਨਿਕਸ ਵਾਲਾ ਵੀ ਪੜ੍ਹਦਾ, ਕੰਪਿਊਟਰ ਵਾਲਾ ਵੀ ਪੜ੍ਹਦਾ।
ਸਭ ਨੂੰ ਵੱਡੀ ਗੱਲ ਅੱਜ ਦੇ ਇਸ ਮੰਚ ਵਿੱਚ ਕੀ ਹੈ ਕਿ ਅਸੀਂ ਸਾਰੇ ਇੱਕੋ ਹੀ ਸੋਚ ਦੇ ਲੋਕ ਬੈਠੇ ਹਾਂ। ਈਵਨ ਸਾਡੇ ਮਿਨਿਸਟਰ ਸਾਹਿਬ ਵੀ ਸਾਡੇ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਹੈਗੇ ਆ ਕਿ ਕੋਈ ਵੀ ਚੀਜ਼ ਸਮਝਣੀ ਜਾਂ ਸਮਝਾਉਣੀ ਬਹੁਤ ਈਜ਼ੀ ਹੈ ਕਿਉਂਕਿ ਆਲ ਲਰਨਡ ਹੈ। ਕਿਉਂਕਿ ਤੁਸੀਂ ਦੇਖ ਰਹੇ ਹੋ ਸਤਨਾਮ ਜੀ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਉਹ ਬੜੀਆਂ ਅੱਛੀਆਂ ਕੀਤੀਆਂ ਕਿਉਂਕਿ ਇਸ ਵੇਲੇ ਰਿਕੁਆਇਰਮੈਂਟ ਇਸ ਚੀਜ਼ ਦੀ ਹੈ ਕਿ ਜਿਹੜਾ ਕਿ ਜਿੱਦਾਂ ਤੁਸੀਂ ਸੁਣਿਆ ਹੋਏਗਾ ਅੱਜ ਤੋਂ ਪਹਿਲਾਂ ਕਿ ਮੈਡੀਕਲ ਕਾਲਜ ਅਤੇ ਹੌਸਪੀਟਲ ਅੰਡਰ ਵਨ ਰੂਫ ਹੋਣੇ ਚਾਹੀਦੇ। ਇਹ ਕੰਡੀਸ਼ਨ ਹੈ ਮੈਡੀਕਲ ਕਾਉਂਸਲ ਦੀ। ਸੇਮ ਥਿੰਗ ਇਸ ਵੇਲੇ ਐਪਲੀਕੇਬਲ ਹੁੰਦੀ ਹੈ ਯੂਨੀਵਰਸਿਟੀਜ਼ 'ਤੇ ਜਿਹੜੀਆਂ ਦੂਸਰੀਆਂ ਯੂਨੀਵਰਸਿਟੀਜ਼ ਹੈ ਈਵਨ ਆਰਟਸ ਕਾਲਜ 'ਤੇ ਵੀ ਕਿਉਂਕਿ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਾਨੂੰ ਫੁੱਲਫਿਲ ਕਰਨੀ ਪਏਗੀ। ਉਹ ਤਦੇ ਹੀ ਆਪਾਂ ਕਰ ਸਕਦੇ ਹਾਂ ਕਿ ਜੇ ਅੰਡਰ ਵਨ ਰੂਫ ਹੋਗੇ। ਜਿੱਦਾਂ ਤੁਸੀਂ ਦੱਸ ਰਹੇ ਹੋ ਕਿ GNA ਯੂਨੀਵਰਸਿਟੀ ਸਾਨੂੰ ਬਹੁਤ ਵੱਡਾ ਐਡਵਾਂਟੇਜ ਹੈ। ਦੁਨੀਆ ਦਾ ਇੱਦਾਂ ਦਾ ਕੋਈ ਕੰਟਰੀ ਨਹੀਂ ਹੈ ਜਿਹਨੂੰ ਅਸੀਂ ਆਟੋ ਪਾਰਟ ਸਪਲਾਈ ਨਹੀਂ ਕਰਦੇ। ਵੀ ਆਰ ਪ੍ਰੋਵਾਈਡਿੰਗ ਦਿਸ ਫੈਸਿਲਿਟੀ ਕਿ ਸਾਡਾ ਇੰਡਸਟਰੀ ਅਤੇ ਯੂਨੀਵਰਸਿਟੀ ਅੰਡਰ ਵਨ ਰੂਫ ਹੈ ਕਿਉਂਕਿ ਸਾਨੂੰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਕਿ ਜੋ ਵੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ ਸਾਡੇ ਬੱਚੇ ਰੈਗੂਲਰਲੀ ਇੰਡਸਟਰੀ ਵਿੱਚ ਜਾ ਰਹੇ। ਈਵਨ ਅਸੀਂ ਹਫਤੇ 'ਚ 1-2 ਦਿਨ ਉਹਨਾਂ ਦੀ ਰੈਗੂਲਰ ਵਿਜ਼ਿਟ ਵੀ ਰੱਖੀ ਹੋਈ ਹੈ ਤਾਂ ਕਿ ਸਾਡਾ ਬੱਚਾ ਜਿਹੜਾ ਇੰਡਸਟਰੀ ਰੈਡੀ ਹੋ ਕੇ ਨਿਕਲੇ ਉਹਨੂੰ ਬਾਹਰ ਜਾ ਕੇ ਨਵੇਂ ਸਕਿੱਲਸ ਨਾ ਸਿੱਖਣੇ ਪੈਣ ਕਿਉਂਕਿ ਇਸ ਵੇਲੇ ਜੋ ਟਾਈਮ ਦੀ ਰਿਕੁਆਇਰਮੈਂਟ ਹੈ ਉਹ ਸਕਿੱਲਸ ਦੀ ਹੈ ਕਿਉਂਕਿ ਅਸੀਂ ਉਹ ਬੱਚੇ ਨੂੰ ਉਹੀ ਪੁਰਾਣੇ ਸਬਜੈਕਟ ਪੜ੍ਹਾ ਰਹੇ ਸੀਗੇ। ਠੀਕ ਹੈ ਪਹਿਲਾਂ ਕਿਉਂਕਿ ਹੁਣ ਤੁਸੀਂ ਜਦੋਂ ਸਰ ਨੇ ਕਿਹਾ ਮਾਸ ਸਪਲੀ ਦੀ ਗੱਲ ਕੀਤੀ ਅਗਰ PTU ਦੇ ਸਿਸਟਮ ਦੇ ਵਿੱਚ ਗੱਲ ਕਰੋ ਅਗਰ 100 ਬੱਚਾ ਪਾਸ ਹੋ ਕੇ BTech ਕਰਕੇ ਨਿਕਲਦਾ ਸੀ ਉਹ 'ਚੋਂ ਨੀਅਰ ਅਬਾਊਟ 70 to 80% ਬੱਚੇ ਦੀ ਮੈਥ 'ਚ ਸਪਲੀ ਸੀ। ਠੀਕ ਹੈ ਉਹ ਮੈਥ ਦੀ ਸਪਲੀ ਨਹੀਂ ਕਲੀਅਰ ਹੋਣ ਕਰਕੇ ਉਹਨੂੰ ਜੌਬ ਨਹੀਂ ਮਿਲ ਪਾ ਰਹੀ ਸੀ। ਠੀਕ ਹੈ ਜਿੱਦਾਂ ਸਰ ਨੇ ਕਿਹਾ ਕਿ ਸਾਨੂੰ ਆਪਣਾ ਇਵੈਲੂਏਸ਼ਨ ਪ੍ਰੋਸੀਜਰ ਵੀ ਚੇਂਜ ਕਰਨ ਦੀ ਜ਼ਰੂਰਤ ਹੈ। ਅਗਰ ਆਪਾਂ ਇਵੈਲੂਏਸ਼ਨ ਪ੍ਰੋਸੀਜਰ ਵੀ ਚੇਂਜ ਕਰਾਂਗੇ ਤਦੇ ਹੀ ਸਕਸੈਸਫੁਲ ਹੋਵਾਂਗੇ। ਬਾਕੀ ਬੱਚੇ ਕੋ ਫੈਸਿਲਿਟੀਜ਼ ਇੰਨੀਆਂ ਜ਼ਿਆਦਾ ਸ਼ਾਇਦ NPTEL 'ਤੇ ਜਿੰਨੇ ਵੀਡੀਓ ਲੈਕਚਰਸ ਅੱਛੇ ਮਿਲ ਰਹੇ ਆ ਸ਼ਾਇਦ ਉਹਨੇ ਟੀਚਰ ਵੀ ਨਹੀਂ ਕਲਾਸ 'ਚ ਅੱਛੇ ਪੜ੍ਹਾ ਰਹੇ। ਮੇਨ ਇਹੀ ਗੱਲ ਹੈ ਕਿ ਬੱਚਿਆਂ ਨੂੰ ਪ੍ਰੋਜੈਕਟਸ ਦੇ ਵਿੱਚ ਇਨਵੋਲਵ ਜ਼ਿਆਦਾ ਤੋਂ ਜ਼ਿਆਦਾ ਕਰ ਸਕੀਏ ਤਾਂ ਕਿ ਉਹਨਾਂ ਦੀ ਨੌਲੇਜ ਵੱਧ ਸਕੇ ਅਤੇ ਤਦੇ ਹੀ ਦੇਸ਼ ਦੀ ਪ੍ਰੋਗਰੈਸ ਹੋ ਸਕਦੀ ਹੈ। ਅਤੇ ਬਾਕੀ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਨਵੀਂ ਗੌਰਮੈਂਟ ਆਈ ਹੈ ਹੁਣੇ ਆਪ ਦੀ ਉਹਨਾਂ ਨੇ ਯੂ ਟਰਨ ਤਾਂ ਲੈ ਲਿਆ ਮਗਰ ਹਰ ਚੀਜ਼ ਨੂੰ ਕੁਛ ਟਾਈਮ ਤਾਂ ਲੱਗਦਾ ਹੈ। ਪ੍ਰੋਸੈਸ ਕੋਈ ਵੀ ਆਪਾਂ ਸਟਾਰਟ ਕਰੀਏ ਉਹਨੂੰ ਟਾਈਮ ਤਾਂ ਲੱਗੇਗਾ। ਵਨ ਡੇ ਜੌਬ ਤਾਂ ਹੈ ਨਹੀਂ ਹੈ। ਜੇ ਢਾਂਚਾ ਵਿਗੜਿਆ ਹੋਵੇ ਉਹਨੂੰ ਸੁਧਾਰਨ ਲਈ ਟਾਈਮ ਤਾਂ ਚਾਹੀਦਾ ਹੀ ਹੈ। ਬਿਲਕੁਲ ਸਾਡੇ ਨਾਲ TCY ਤੋਂ ਕਮਲ ਬਿਰੇਰਾ ਜੀ ਨੇ ਕਿਉਂਕਿ ਹਰ ਕੋਈ ਇੱਥੇ ਟੈਕਨੋਲੋਜੀ ਦੀ ਗੱਲ ਕਰ ਰਿਹਾ ਨਾਲ ਨਾਲ ਤੁਹਾਨੂੰ ਲੱਗਦਾ ਕਿ ਟੀਚਰਸ ਦੀ ਥਾਂ ਹੁਣ ਟੈਕਨੋਲੋਜੀ ਲੈ ਰਹੇ ਨੇ ਤੇ ਲੈ ਸਕਦੇ ਨੇ। ਪਹਿਲਾਂ ਵੀ ਅਜਿਹਾ ਹੋ ਰਿਹਾ ਸੀ ਜਾਂ ਕੋਵਿਡ ਤੋਂ ਬਾਅਦ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ? ਥੈਂਕ ਯੂ। ਸੋ ਮੈਂ ਨਵੀਂ ਇਨਪੁਟਸ ਦੇਣ ਦੀ ਬਜਾਏ ਪਹਿਲਾਂ ਮੇਰੇ ਕੋ ਪੈਨਲਿਸਟ ਨੇ 1-2 ਪੁਆਇੰਟਸ ਰੱਖੇ ਮੈਂ ਉਹ ਤੋਂ ਇੱਕ ਲੀਫ ਲਊਂਗਾ। ਆਈ ਥਿੰਕ ਕੋਈ ਵੀ ਕਿਸੇ ਤਰੀਕੇ ਦਾ ਵੀ ਐਜੂਕੇਸ਼ਨ ਸਿਸਟਮ ਹੈ ਫਾਰਮਲ ਇਨਫਾਰਮਲ ਮੈਂ ਟੈਸਟ ਪ੍ਰੈਪ ਬੈਕਗਰਾਊਂਡ ਤੋਂ ਹਾਂ ਮੈਂ ਉਹਦੇ ਮੁਤਲਕ ਜ਼ਿਆਦਾ ਬੋਲ ਸਕਦਾ ਬਟ ਸੇਮ ਪੁਆਇੰਟਸ ਜਿਹੜੇ ਦੋਨੋਂ ਕੋ ਪੈਨਲਿਸਟ ਨਾਲ ਲਿੰਕ ਹੁੰਦੇ ਨੇ। ਆਈ ਥਿੰਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿਸਟਮ ਹੋਵੇ ਇੱਕ ਚੀਜ਼ ਬੜੀ ਜ਼ਰੂਰੀ ਹੈ ਚਾਹੇ ਉਹ ਸਕੂਲ ਹੈ ਕਾਲਜ ਹੈ ਟੈਸਟ ਪ੍ਰੈਪ ਹੈ ਕੁਛ ਵੀ ਹੈ ਕਿਸੇ ਵੀ ਟੌਪਿਕ ਕਿਸੇ ਵੀ ਚੈਪਟਰ ਤੋਂ ਪਹਿਲਾਂ ਇੱਕ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਟੀਚਰ ਨੂੰ ਕਿ ਇਸ ਟੌਪਿਕ ਤੋਂ ਬਾਅਦ ਲਰਨਿੰਗ ਆਬਜੈਕਟਿਵਸ ਕਿਹੜੇ ਨੇ ਜਿਹੜੇ ਲਰਨਰਸ ਨੂੰ ਆਉਣੇ ਚਾਹੀਦੇ ਆ। ਇਹ ਨਾਲ ਅਕਾਊਂਟੇਬਿਲਿਟੀ ਆਉਂਦੀ ਹੈ ਇੰਸਟਰਕਟਰ ਤੇ ਟੀਚਰ ਤੇ ਕਿਉਂਕਿ ਉਹ 'ਚ ਕਲੀਅਰ ਹੁੰਦਾ ਹੈ ਕਿ ਇਸ ਚੈਪਟਰ ਤੋਂ ਬਾਅਦ ਜਾਂ ਇਸ ਟੌਪਿਕ ਤੋਂ ਬਾਅਦ ਲਰਨਰਸ ਦੀ ਅਸੈਸਮੈਂਟ ਹੋਣੀ ਹੈ ਜਾਂ ਆਹ ਚੀਜ਼ਾਂ ਚੈੱਕ ਹੋਣੀਆਂ। ਜੇ ਉਹਨਾਂ ਨੂੰ ABCD ਚੀਜ਼ਾਂ ਐਕਸਪਲੇਨ ਕਰਨੀਆਂ ਆਉਂਦੀਆਂ ਚਾਹੇ ਉਹ ਅਸੈਸਮੈਂਟ ਦੇ ਜ਼ਰੀਏ ਹੈ ਕੋਈ ਕੁਇਜ਼ ਦੇ ਜ਼ਰੀਏ ਹੈ ਸਬਜੈਕਟਿਵ ਆਬਜੈਕਟਿਵ ਕੁਛ ਵੀ ਹੈ ਇਹਦਾ ਮਤਲਬ ਕਨਸੈਪਚੁਅਲੀ ਬੱਚਾ ਕਲੀਅਰ ਹੈ। ਅਤੇ ਜੇ ਆਪਾਂ ਪਹਿਲਾ ਸਟੈਪ ਲੈ ਲਈਏ ਕਿ ਕੋਈ ਇੰਸਟਰਕਟਰ ਨੂੰ ਸਟੂਡੈਂਟਸ ਦੇ ਅੱਗੇ ਭੇਜਣ ਤੋਂ ਪਹਿਲਾਂ LOs ਕਲੀਅਰ ਨੇ ਲਰਨਿੰਗ ਆਬਜੈਕਟਿਵ ਅਸੀਂ ਕਹਿੰਦੇ ਹਾਂ ਉਸ ਤੋਂ ਆਪਾਂ 50% ਆਪਣੀ ਪ੍ਰੋਬਲਮ ਸੋਲਵ ਹੋ ਗਈ। ਹੁਣ ਅੱਗੇ ਹੈ ਜਿਹੜੀ ਡਿਸਹੈਮੀਨੇਸ਼ਨ ਹੈਗੀ ਹੈ ਇਹ 2 ਤਰ੍ਹਾਂ ਦੀ ਹੈ ਇੱਕ ਡਿਫਰੈਂਸ਼ੀਏਟਿਡ ਇੱਕ ਅਨਡਿਫਰੈਂਸ਼ੀਏਟਿਡ। ਜਿਸ ਤਰ੍ਹਾਂ ਹੁਣੇ ਸਰ ਕਹਿ ਰਹੇ ਸੀਗੇ ਸਤਨਾਮ ਜੀ ਕੋਈ ਵੀ ਟੌਪਿਕ ਹੈ ਉਹ ਪਹਿਲਾਂ ਅਨਡਿਫਰੈਂਸ਼ੀਏਟਿਡ ਤੋਂ ਸ਼ੁਰੂ ਹੁੰਦਾ ਹੈ। ਜਿਸ ਤਰ੍ਹਾਂ ਇੰਸਟਰਕਟਰ ਨੇ ਪਹਿਲਾਂ ਲੈਟਸ ਸੇ ਲਾਜ਼ ਆਫ ਥਰਮੋਡਾਇਨਾਮਿਕਸ ਦੱਸਣੇ ਆ ਜਾਂ ਰੂਲਸ ਆਫ ਗ੍ਰਾਮਰ ਦੱਸਣੇ ਆ ਜਾਂ ਨਿਊਟਨਸ ਲਾਅ ਦੱਸਣੇ ਉਹ ਕੀ ਹੈ ਵਨ ਸਾਈਜ਼ ਫਿਟਸ ਆਲ ਕਿ ਆਹ ਕਨਸੈਪਟ ਨੇ ਅਤੇ ਸਾਰੀ ਕਲਾਸ ਜਿਹੜੀ ਹੈ ਉਹਨਾਂ ਨੂੰ ਸੇਮ ਟਿਊਟੋਰੀਅਲ ਡਿਸੈਮੀਨੇਟ ਦਿੱਤਾ ਜਾਊਗਾ। ਬਟ ਸਟੋਰੀ ਹੁਣ ਸ਼ੁਰੂ ਹੁੰਦੀ ਹੈ ਜਦੋਂ ਡਿਫਰੈਂਸ਼ੀਏਟਿਡ ਲਰਨਿੰਗ ਸ਼ੁਰੂ ਹੁੰਦੀ ਹੈ। ਲੈਟ ਅਸ ਸੇ ਮੈਂ ਲੈਕਚਰਰ ਹਾਂ ਮੈਂ ਇੰਸਟਰਕਟਰ ਹਾਂ ਅਤੇ ਇਹ ਸਟੂਡੈਂਟਸ ਨੇ। ਅਨਡਿਫਰੈਂਸ਼ੀਏਟਿਡ ਤੋਂ ਬਾਅਦ ਸਟੋਰੀ ਸ਼ੁਰੂ ਹੁੰਦੀ ਹੈ ਰੋਲ ਆਫ ਟੀਚਰ ਸ਼ੁਰੂ ਹੁੰਦਾ ਅਤੇ ਉਹਦੇ ਵਿੱਚ ਹੀ ਉਹ ਆਨਸਰ ਵੀ ਹੈ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਟੈਕਨੋਲੋਜੀ ਰਿਪਲੇਸ ਕਰ ਪਾਊਗੀ ਟੀਚਰ ਨੂੰ ਨਹੀਂ ਕਰ ਪਾਊਗੀ। ਹੁਣ ਕੀ ਹੈ ਯੂ ਵਿਲ ਬੀ ਸਰਪ੍ਰਾਈਜ਼ਡ ਕਿ
ਸਾਰੀ ਇਨਪੁਟ ਸੇਮ ਹੈ, ਇੰਸਟਰਕਟਰ ਸੇਮ ਹੈ, ਬਟ ਜਦੋਂ ਉਸ ਤੋਂ ਬਾਅਦ ਬੱਚਿਆਂ ਦੇ ਪੇਪਰ ਦੇ ਰਿਜ਼ਲਟ ਆਉਂਦੇ ਆ, ਕਿਸੇ ਦੇ 40% ਹੈ, ਕਿਸੇ ਦੇ 60% ਹੈ, ਕਿਸੇ ਦੇ 70% ਹੈ, ਕਿਉਂਕਿ ਜਿਹੜੀ ਅੰਡਰਸਟੈਂਡਿੰਗ ਹੈ ਉਹਦੀ ਟੌਪਿਕ ਦੀ, ਲੌਜਿਕ ਦੀ, ਸਬ ਲੌਜਿਕ ਦੀ, ਉਹ ਡਿਫਰੈਂਟ ਹੈ। ਉੱਥੇ ਫਿਰ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨਸ਼ਿਪ ਸ਼ੁਰੂ ਹੁੰਦਾ। ਦੈਟ ਰਿਲੇਸ਼ਨਸ਼ਿਪ ਇਜ਼ ਲਾਈਕ ਡਾਕਟਰ ਐਂਡ ਪੇਸ਼ੈਂਟ। ਉੱਥੇ ਸਭ ਟੈਕਨੋਲੋਜੀ ਫੇਲ ਹੈ, ਐਵਰੀਥਿੰਗ ਇਜ਼ ਫੇਲ ਜਦੋਂ ਤੁਸੀਂ ਡਿਫਰੈਂਸ਼ੀਏਟਿਡ ਲਰਨਿੰਗ ਦੀ ਗੱਲ ਕਰਦੇ ਹੋ, ਕਿਉਂਕਿ ਇਹ ਹੈਗੀ ਜਿਹੜੀ ਏਸਿੰਕ੍ਰੋਨਸ ਹੈ, ਇਹ ਏਸਿੰਕ੍ਰੋਨਸ ਨਹੀਂ ਹੈ। ਤੁਸੀਂ ਲੈਕਚਰ ਤਾਂ ਦੇ ਦੋਗੇ, ਜਿਹੜਾ ਰਿਕਾਰਡਡ ਵੀ ਲੈਕਚਰ ਦੇ ਦੋਗੇ, ਤੁਸੀਂ PPTs ਦੇ ਦੋਗੇ, ਬੁੱਕਸ ਦੇ ਦੋਗੇ, ਬਟ ਵੈਨ ਇਟ ਕਮਸ ਟੂ ਡਿਫਰੈਂਸ਼ੀਏਟਿਡ ਲਰਨਿੰਗ ਉੱਥੋਂ ਫਿਰ ਪਤਾ, ਕਿਉਂਕਿ ਹਰ ਸਟੂਡੈਂਟ ਦੀ ਰਿਕੁਆਇਰਮੈਂਟ ਡਿਫਰੈਂਟ ਹੈ, ਠੀਕ ਹੈ ਨਾ। ਉੱਥੇ ਜਾ ਕੇ ਫਿਰ ਮਤਲਬ ਉਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ। ਜੇ ਉਹ ਰਿਲੇਸ਼ਨਸ਼ਿਪ ਵੀ ਸੁਪਰਸੀਡ ਕਰਾ ਲਓਗੇ ਟੈਕਨੋਲੋਜੀ ਦੇ ਨਾਲ, ਫਿਰ ਉੱਥੇ ਪ੍ਰੋਬਲਮ ਹੈ। ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿਹੜੇ ਬੱਚੇ ਨੂੰ ਕੀ ਚਾਹੀਦਾ ਹੈਗਾ। ਉਹ ਆਪਾਂ ਨੂੰ ਪਤਾ ਕਿੱਦਾਂ ਲੱਗਦਾ, ਉਹ ਜਿਹੜੀਆਂ ਆਪਾਂ ਉਸ ਤੋਂ ਬਾਅਦ ਟੈਸਟ ਜਾਂ ਅਸਾਈਨਮੈਂਟਸ ਲੈਂਦੇ ਹਾਂ, ਕੁਇਜ਼ਸ ਲੈਂਦੇ ਹਾਂ, ਉੱਥੋਂ ਰੈਮੀਡੀਅਲ ਐਕਸ਼ਨ ਸ਼ੁਰੂ ਹੁੰਦਾ ਹੈ। ਜਿਸ ਤਰ੍ਹਾਂ ਕੋਈ ਵੀ ਡਾਕਟਰ ਹੈ ਸਿਰਫ ਕਲੀਨਿਕਲੀ ਨਹੀਂ ਦੱਸ ਸਕਦਾ, ਡਾਕਟਰ ਆਪਾਂ ਨੂੰ ਕਿਉਂ ਲਿਖ ਕੇ ਭੇਜਦਾ, ਤੁਸੀਂ ਉੱਥੋਂ ਤੁਸੀਂ ਆਹ ਯੂਰਿਨ ਟੈਸਟ ਕਰੋ, ਆਹ ਬਲੱਡ ਟੈਸਟ ਕਰੋ, ਡਾਇਗਨੋਸਟਿਕਸ ਇਹ ਚਾਹੀਦਾ, ਕਿਉਂਕਿ ਹਰ ਸਟੂਡੈਂਟ ਇੱਕ ਅਲੱਗ ਪੇਸ਼ੈਂਟ ਦੀ ਜਗ੍ਹਾ। ਕਿਉਂਕਿ ਜਿਹੜੀਆਂ ਪ੍ਰੀਸੀਡਿੰਗ ਕਲਾਸਿਸ ਦੇ ਵਿੱਚ ਪ੍ਰੀਸੀਡਿੰਗ ਇਨਪੁਟਸ ਰਹੀਆਂ ਉਹ ਬੜੀਆਂ ਡਿਫਰੈਂਟਲੀ ਗ੍ਰੈਸਪ ਕੀਤੀਆਂ ਗਈਆਂ, ਅਤੇ ਚਾਹੇ ਬੱਚੇ ਇੱਕੋ ਕਲਾਸ ਦੇ ਵਿੱਚ ਨੇ, ਬਟ ਸਾਰਿਆਂ ਦਾ ਸਟੈਂਡਰਡ ਆਫ ਅੰਡਰਸਟੈਂਡਿੰਗ ਹੈ ਜਿਹੜਾ ਉਸ ਪਰਟੀਕੂਲਰ ਟੌਪਿਕ 'ਚ ਉਹ ਡਿਫਰੈਂਟ ਪਾਥਸ ਦੇ ਵਿੱਚੋਂ ਨਿਕਲ ਕੇ ਆਇਆ। ਸੋ ਦਿਸ ਇਜ਼ ਹਾਊ ਆਈ ਵੁੱਡ ਲਾਈਕ ਟੂ ਡਿਸਕ੍ਰਾਈਬ ਕਿ ਟੀਚਰ ਦਾ ਰੋਲ ਕਿੱਥੇ ਤੱਕ ਚਾਹੀਦਾ, ਕਿੱਥੇ ਤੱਕ ਨਹੀਂ ਚਾਹੀਦਾ। ਤੁਸੀਂ ਅਨਡਿਫਰੈਂਸ਼ੀਏਟਿਡ ਤੁਸੀਂ ਟੀਚਰ ਨੂੰ ਐਲੀਮੀਨੇਟ ਵੀ ਕਰ ਦਿਓ, ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਇਟ ਇਜ਼ ਈਵਨ ਬੈਟਰ ਜੇ ਆਪਾਂ ਇੱਕ ਲੈਟਸ ਸੇ ਨਿਊਟਨ ਦਾ ਲਾਅ ਹੀ ਸਮਝਾਉਣਾ, ਨਿਊਟਨਸ 3rd ਲਾਅ ਸਮਝਾਉਣਾ, ਥਰਮੋਡਾਇਨਿਕਸ ਕੁਛ ਸਮਝਾਉਣਾ, ਇਟ ਇਜ਼ ਬੈਟਰ ਕਿ ਉਹ ਟੀਚਰ ਨਾ ਪੜ੍ਹਾਵੇ ਉਹ, ਕਿਉਂਕਿ ਉਹ ਤਾਂ ਦੁਨੀਆ 'ਚ ਇੱਕੋ ਹੀ ਟੀਚਰ ਚਾਹੀਦਾ ਜਿਹੜਾ ਸਭ ਤੋਂ ਵਧੀਆ ਪੜ੍ਹਾ ਸਕਦਾ। ਤੁਹਾਨੂੰ ਲੋੜ ਹੀ ਨਹੀਂ ਇੰਨੇ ਟੀਚਰਾਂ ਦੀ। ਉਹ ਨਾਲ ਤੁਸੀਂ ਰਿਸੋਰਸਿਸ ਵੀ ਬਚਾ ਸਕਦੇ ਹੋ। ਇਸ ਐਕਚੁਅਲੀ ਇਵੈਂਚੁਅਲੀ ਸਾਰੀ ਕਾਸਟ ਲਰਨਰ 'ਤੇ ਹੀ ਪੈਂਦੀ ਹੈ ਜਾ ਕੇ, ਠੀਕ ਹੈ ਨਾ। ਦੇਰ ਆਰ ਸੋ ਮੈਨੀ ਰਿਸੋਰਸਿਸ ਆਲਸੋ ਦੈਟ ਵੀ ਕੈਨ ਸੇਵ। ਸੋ ਇਹ ਮੈਂ ਰਿਲੇਸ਼ਨ ਦੇਖਦਾ ਹਾਂ ਕਿ ਕਿੱਥੇ ਟੀਚਰ ਰਿਮੂਵ ਕੀਤਾ ਜਾ ਸਕਦਾ ਹੈ, ਕਿੱਥੇ ਨਹੀਂ ਕਰਨਾ ਚਾਹੀਦਾ, ਯੂ ਨੋ। ਯਾਨੀ ਜਗ੍ਹਾ ਥਾਂ ਨਹੀਂ ਲੈ ਸਕਦੇ, ਬਟ ਹਾਂ ਉਸਨੂੰ ਡਿਫਰੈਂਸ਼ੀਏਟ ਕੀਤਾ ਜਾ ਸਕਦਾ ਹੈ। ਸਤਨਾਮ ਸਰ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਯੂਥ ਜਿਹੜੇ ਨੇ ਉਹ ਲਗਾਤਾਰ ਅਬਰੋਡ ਜਾ ਰਹੇ ਨੇ। ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਪੰਜਾਬ ਛੱਡ ਰਹੇ ਨੇ ਤੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ। ਇੱਕ ਬੱਚਾ ਨਾ ਸਿਰਫ ਇਕੱਲਾ ਜਾ ਰਿਹਾ ਬਲਕਿ ਆਪਣੇ ਘਰੋਂ 10 ਤੋਂ 25 ਲੱਖ ਰੁਪਇਆ ਜਿਹੜਾ ਉਹ ਲੈ ਕੇ ਜਾ ਰਿਹਾ, ਜਿਸ ਦੇ ਕਾਰਨ ਆਰਥਿਕ ਜੇ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ ਉਸ 'ਤੇ ਵੀ ਕਿਤੇ ਨਾ ਕਿਤੇ ਅਸਰ ਪੈਂਦਾ ਹੈ। ਕੀ ਕਾਰਨ ਮੰਨਦੇ ਹੋ? ਕਿਉਂਕਿ ਹੁਣ ਅਸੀਂ ਯੂਕਰੇਨ ਦੇ ਜਦੋਂ ਹਾਲਾਤ ਦੇਖੇ, ਅਸੀਂ ਦੇਖਿਆ ਕਿਵੇਂ ਉੱਥੇ ਬੱਚੇ MBBS ਕਰਨ ਵਾਸਤੇ ਪਹੁੰਚੇ ਹੋਏ ਨੇ। ਰੀਜ਼ਨ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਤੇ ਹੋਰ ਸਟੇਟਸ ਦੇ ਵਿੱਚ MBBS ਕਰਨਾ ਬਹੁਤ ਮਹਿੰਗਾ ਹੈ ਤੇ ਯੂਕਰੇਨ ਦੇ ਵਿੱਚ ਸਸਤਾ ਹੈ। ਕੀ ਕਾਰਨ ਮੰਨਦੇ ਹੋ ਕਿ ਲਗਾਤਾਰ ਜਿਹੜਾ ਯੂਥ ਹੈ ਉਹ ਬਾਹਰ ਦਾ ਰੁਖ ਕਰ ਰਿਹਾ? ਦੇਖੋ ਜੀ, ਇਹਦਾ ਨਜ਼ਰੀਆ ਆਪਣਾ ਆਪਣਾ, ਲੇਕਿਨ ਮੈਂ ਇਸ ਨੂੰ ਬਹੁਤ ਨਿਰਾਸ਼ਾਜਨਕ ਤਰੀਕੇ ਨਾਲ ਨਹੀਂ ਦੇਖਦਾ। ਬਾਹਰ ਜਾਣ ਦਾ ਰੁਝਾਨ ਦੇ ਪਿੱਛੇ ਸਾਡਾ ਹਿਸਟੋਰੀਕਲ ਅਗਰ ਤੁਸੀਂ ਦੇਖੋਗੇ ਸਮਾਂ, ਤੇ ਆਜ਼ਾਦੀ ਤੋਂ ਪਹਿਲਾਂ ਵੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਵਿਦੇਸ਼ਾਂ ਵਿੱਚ ਗਏ ਹੋਏ ਨੇ। ਪਰ ਪੰਜਾਬੀ ਆਈ ਥਿੰਕ ਚਾਈਨਾ ਤੋਂ ਬਾਅਦ ਪੰਜਾਬੀ ਨੰਬਰ 2 'ਤੇ ਨੇ ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਨੇ। ਉਹ ਤਾਂ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਨਿਰਾਸ਼ ਹੋ ਕੇ ਬਾਹਰ ਜਾਣ ਵਾਲੀ ਜਿਹੜੀ ਗੱਲ ਆ ਉਹ ਮਾੜੀ ਹੈ। ਹੁਣ ਜਿਹੜਾ ਨੈਰੇਟਿਵ ਪਿਛਲੇ ਸਮੇਂ 'ਚ ਬਦਲਿਆ ਕਿ ਬੱਚੇ ਪਹਿਲਾਂ ਤਾਂ ਸੀ ਪੜ੍ਹੇ ਲਿਖੇ ਨਹੀਂ ਸੀ, ਲੋਕ ਵਿਆਹ ਕਰਾ ਕੇ ਸ਼ਾਦੀ ਕਰਾ ਕੇ ਬਾਹਰ ਜਾਂਦੇ ਸੀ। ਹੁਣ ਪੜ੍ਹਾਈ ਤੋਂ ਬਾਅਦ ਪੁਆਇੰਟ ਸਿਸਟਮ ਦੇ ਵਿੱਚ ਬੰਦਾ ਆਪਦੀ ਕਾਬਲੀਅਤ ਦੇ ਸਿਰ 'ਤੇ ਬਾਹਰ ਜਾ ਰਿਹਾ ਹੈਗਾ। ਮੈਜੋਰਟੀ ਬੱਚੇ ਜਿਹੜੇ ਜਾ ਰਹੇ ਨੇ ਉਹ ਉਹਦੇ ਸਿਰ 'ਤੇ ਜਾ ਰਹੇ ਆ, ਜਿਹੜੇ PR ਜਾ ਰਹੇ ਨੇ, ਕੋਈ ਸਟੱਡੀ ਵਾਸਤੇ ਬਾਹਰ ਜਾ ਰਹੇ ਆ। ਇਹ ਤਾਂ ਵਰਤਾਰਾ ਰੋਕਿਆ ਨਹੀਂ ਜਾ ਸਕਦਾ, ਲੇਕਿਨ ਹਾਂ ਇੱਥੇ ਵੀ ਜਿਹੜੇ ਹਾਲਾਤ ਨੇ ਉਹ ਸਾਜ਼ਗਰ ਬਣਾਉਣੇ ਬਹੁਤ ਜ਼ਰੂਰੀ ਨੇ। ਸਰਕਾਰ ਨੇ ਵੀ ਏਜੰਡਾ ਰੱਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਅਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਨੇ। ਪਹਿਲੀ ਡਿਸਕਸ਼ਨ ਦੇ ਵਿੱਚ ਵੀ ਆਇਆ ਕਿ ਅਸੀਂ ਸਮਝਣ ਦੀ ਲੋੜ ਹੈ ਕਿ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈ, ਜਿਹੜਾ ਸਾਡਾ ਸੋਸ਼ਲ ਸਟਰਕਚਰ ਹੈ, ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਿੱਟ ਹੀ ਨਹੀਂ ਹੁੰਦੀਆਂ। ਅਸੀਂ ਫਿੱਟ ਕਰਨ ਦੀ ਕੋਸ਼ਿਸ਼ ਨਾ ਕਰੀਏ। ਡਿਗਨਿਟੀ ਆਫ ਲੇਬਰ ਪੰਜਾਬ ਦਾ ਇੱਕ ਇਸ਼ੂ ਹੈਗਾ ਕਿ ਅਸੀਂ ਛੋਟੇ ਕੰਮਾਂ ਦੇ ਵਿੱਚ ਸਾਡੇ ਨੌਜਵਾਨ ਨਹੀਂ ਹੱਥ ਪਾਉਣਾ ਚਾਹੁੰਦੇ। ਅਸੀਂ ਉਹ ਸਕਿੱਲਸ, ਉਹ ਅਪਰਚੁਨਿਟੀ ਦਈਏ ਸਟੇਟ ਦੇ ਵਿੱਚ ਜਿਹੜੀਆਂ ਉਹ ਚਾਹੁੰਦੇ ਨੇ। ਫਾਰ ਐਗਜ਼ਾਮਪਲ, ਇੱਥੇ ਪਿਛਲੇ 5 ਸਾਲ ਵੀ ਬਹੁਤ ਲੰਬਾ ਇੱਕ ਪੋਲੀਟੀਕਲ ਨੈਰੇਟਿਵ ਚੱਲਿਆ ਕਿ ਘਰ ਘਰ ਨੌਕਰੀ। ਹਾਂਜੀ, ਅਸੀਂ ਵੀ ਕੋਸ਼ਿਸ਼ ਕੀਤੀ, ਸੰਸਥਾਵਾਂ ਨੇ ਵੀ ਕੀਤੀ, ਲੇਕਿਨ ਇਹ ਗੱਲਾਂ ਜਿਹੜੀਆਂ ਨੇ ਜ਼ਮੀਨੀ ਹਕੀਕਤ ਨਾਲ ਕਈ ਵਾਰੀ ਮੈਚ ਨਹੀਂ ਕਰਦੀਆਂ। ਇਹ ਨਹੀਂ ਕਿ ਇਹਦੇ ਹੱਲ ਨਹੀਂ ਹੈਗੇ। ਇੰਪਲਾਇਮੈਂਟ ਬਹੁਤ ਵੱਡਾ ਮੁੱਦਾ ਹੈ, ਕੁਆਲਿਟੀ ਐਜੂਕੇਸ਼ਨ ਮੁੱਦਾ ਹੈ, ਇੰਪਲਾਇਮੈਂਟ ਮੁੱਦਾ ਹੈਗਾ, ਅਪਰਚੁਨਿਟੀਜ਼ ਮੁੱਦਾ ਹੈਗਾ।
ਅਸੀਂ ਕਿਉਂ ਨਹੀਂ ਉਹ ਕਲਚਰ ਨੂੰ ਅਡਾਪਟ ਕਰਦੇ ਜਿਹੜਾ ਵਰਲਡ ਵਾਈਡ ਜਿਹੜਾ ਸਕਸੈਸਫੁਲ ਹੋ ਚੁੱਕਿਆ। ਇੱਥੇ ਸਕਿੱਲ ਦੀ ਗੱਲ ਹੋਈ, ਸਕਿੱਲ ਬਿਲਕੁਲ ਚਾਹੀਦੀਆਂ ਨੇ, ਲੇਕਿਨ ਜੌਬ ਕਿੱਥੇ ਕਰਾਂਗੇ ਅਸੀਂ? ਕਿਸੇ ਕੰਪਨੀ 'ਚ ਕਰਾਂਗੇ, ਕਿਸੇ ਅਦਾਰੇ 'ਚ ਕਰਾਂਗੇ, ਜਾਂ ਸਰਕਾਰ 'ਚ ਕਰਾਂਗੇ? ਮੈਂ ਗੱਲ ਕਰਨੀ ਚਾਹੁੰਦਾ ਮੰਤਰੀ ਜੀ ਸਟਾਰਟਅਪ ਕਲਚਰ ਦੀ। ਸਾਡੇ ਪੰਜਾਬੀਆਂ ਜਿੰਨਾ ਜੁਗਾੜੂ ਦਿਮਾਗ ਕਿਸੇ ਦਾ ਦੁਨੀਆ 'ਚ ਨਹੀਂ ਹੈਗਾ। ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਉਹ ਵਿਵਸਥਾ ਪੈਦਾ ਕਰਕੇ ਦਿੰਦੇ, ਉਹ ਮਾਹੌਲ ਦਿੰਦੇ ਜਿੱਥੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ? ਔਰ ਇਹ ਐਸਾ ਕੰਮ ਆ ਜਿਸ ਦੇ ਵਿੱਚ ਸਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਜੇ ਮੇਰੀ ਡਿਊਟੀ ਲਾਉਣਾ, ਮੈਂ ਤੁਹਾਨੂੰ ਪੂਰਾ ਪਲਾਨ ਸਟੇਟ ਦਾ ਦੇ ਸਕਦਾ ਕਿ ਬਿਨਾਂ ਕੋਈ ਪੈਸਾ ਇਨਵੈਸਟ ਕਰੇ ਪੂਰੀ ਸਟੇਟ ਦੇ ਵਿੱਚ ਅਸੀਂ ਸਟਾਰਟਅਪ ਕਲਚਰ ਨੂੰ ਕਿੱਦਾਂ ਬੂਸਟ ਕਰ ਸਕਦੇ ਹਾਂ। ਔਰ ਇੱਕ ਬੱਚਾ 5-5 10-10 ਬੱਚਿਆਂ ਨੂੰ ਰੁਜ਼ਗਾਰ ਦੇਣ ਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ 5 ਸਾਲਾਂ ਦੇ ਵਿੱਚ ਘੱਟੋ ਘੱਟ 100 ਕੰਪਨੀ ਐਸੀ ਖੜੀ ਕਰ ਦੇਂਗੇ ਪੰਜਾਬ ਦੇ ਵਿੱਚ ਜਿਹੜੀ ਸੁਪਨਾ ਨੇ ਕਿ ਬਾਹਰੋਂ ਲੋਕ ਇੱਥੇ ਆ ਕੇ ਨੌਕਰੀਆਂ ਕਰਨ। ਉਦੋਂ ਕਰਨਗੇ ਜਦੋਂ ਅਸੀਂ ਐਸੇ ਸਟਾਰਟਅਪ ਕਲਚਰ ਨੂੰ, ਫਿਊਚਰਿਸਟਿਕ ਜੌਬਸ ਨੂੰ ਅਸੀਂ ਇਨਕਰੇਜ ਕਰਾਂਗੇ। ਇਹ ਪੋਸੀਬਲ ਹੈ। ਸਾਡੇ ਬੱਚੇ ਅਸੀਂ ਬਹੁਤ ਸਾਰੀ ਸਟੱਡੀ ਕੀਤੀ ਹੈ ਅਤੇ ਰਿਸਰਚ ਕੀਤੀ ਹੈ। ਸਾਡੇ ਇੱਥੋਂ ਦੇ ਪੜ੍ਹੇ ਹੋਏ ਬੱਚੇ, ਸਾਡੇ ਮੋਗੇ ਦੇ ਕਪਾਨੀ ਸੀਗੇ ਜਿਨ੍ਹਾਂ ਨੇ ਜਾ ਕੇ ਉੱਥੇ ਇੰਟਰਨੈਟ ਦੀ ਖੋਜ ਕੀਤੀ, ਉਹਨਾਂ ਨੂੰ ਪਿੱਛੇ ਉਹਨਾਂ ਨੂੰ ਪਦਮ ਭੂਸ਼ਣ ਵੀ ਮਿਲਿਆ। ਇੱਥੇ ਕਿਉਂ ਨਹੀਂ ਕਰ ਸਕੇ? ਉਹ ਮੋਗੇ ਤੋਂ ਸੀਗੇ ਕਿਉਂਕਿ ਇੱਥੇ এনवायरमेंट ਨਹੀਂ ਮਿਲਿਆ। ਪੜ੍ਹਾਈ ਲਿਖਾਈ ਇੱਥੇ ਕੀਤੀ ਸੀ, ਬਲਕਿ ਬਾਹਰ ਜਾ ਕੇ ਕਰਿਆ। ਅਗਰ ਅਸੀਂ ਇਹ ਕਲਚਰ ਨੂੰ ਡਿਵੈਲਪ ਕਰ ਲਈਏ ਤਾਂ ਸਾਨੂੰ ਕੁਝ ਕਰਨ ਦੀ ਲੋੜ ਨਹੀਂ। ਸਾਨੂੰ ਸਿਰਫ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਅੱਛਾ এনवायरमेंट ਦੇਈਏ, ਸਸਤੇ ਲੋਨ ਦੇਈਏ, ਉਹਨਾਂ ਨੂੰ ਇਨਕੂਬੇਸ਼ਨ ਸੈਂਟਰ ਬਣਾ ਕੇ ਦੇਈਏ, ਔਰ ਉਹੀ ਬੱਚੇ ਸਾਡੇ ਇੰਨੀਆਂ ਜੌਬਸ ਇੱਥੇ ਲੈਣ ਛੱਡ ਕੇ ਵੀ ਨਹੀਂ ਜਾਣਗੇ। ਉਹ ਛੱਡ ਕੇ ਨਹੀਂ ਜਾਣਗੇ ਕਿਉਂਕਿ ਉਹਨਾਂ ਦੇ ਸੁਪਨੇ ਇੱਥੇ ਸਾਕਾਰ ਹੋ ਰਹੇ ਨੇ। ਤਾਂ ਇੱਕ ਬੱਚਾ 10-10 ਬੱਚਿਆਂ ਨੂੰ, 50-50 ਬੱਚਿਆਂ ਨੂੰ, 100-100 ਬੱਚਿਆਂ ਨੂੰ। ਮੈਂ ਪਿਛਲੇ ਦਿਨ ਇੱਕ ਲੜਕੀ ਹੈਗੀ ਆ, ਇੱਕ ਟਾਂਗਰਾ ਪਿੰਡ ਹੈਗਾ ਜੀ ਜਲੰਧਰ ਦੇ ਨੇੜੇ, ਮਨਦੀਪ ਕੌਰ ਟਾਂਗਰਾ। ਮੈਂ ਉਹਨਾਂ ਨੂੰ ਮਿਲਿਆ, ਮੈਨੂੰ ਮਿਲ ਕੇ ਖੁਸ਼ੀ ਹੋਈ ਕਿ ਉਸ ਲੜਕੀ ਨੇ ਆਪਣੇ ਪਿੰਡ ਦੇ ਵਿੱਚ IT ਕੰਪਨੀ ਖੋਲ੍ਹੀ ਹੈ। ਇੰਡੀਆ ਦੀ, ਸ਼ਾਇਦ ਦੁਨੀਆ ਦੀ ਪਹਿਲੀ IT ਕੰਪਨੀ ਜਿਹੜੀ ਉਹਨੇ ਆਪਣੇ ਪਿੰਡ ਦੇ ਵਿੱਚ ਖੋਲ੍ਹੀ ਹੈ, ਵਿਲੇਜ ਦੇ ਵਿੱਚ, ਔਰ ਸਕਸੈਸਫੁਲ ਹੈ, ਬੜੀ ਕੌਨਫੀਡੈਂਟ ਹੈ। ਸਾਡੇ ਪਿੰਡਾਂ ਦੀ ਕੁੜੀ ਹੈ, ਔਰ ਪਿੰਡ ਦੇ ਵਿੱਚ IT ਕੰਪਨੀ ਖੋਲ੍ਹਣਾ, ਉਹ ਵੀ ਇੱਕ ਲੜਕੀ ਵੱਲੋਂ ਖੋਲ੍ਹਣਾ, ਮੈਨੂੰ ਤਾਂ ਨਹੀਂ ਲੱਗਦਾ ਕੋਈ ਛੋਟੀ ਗੱਲ ਹੈ। ਅਗਰ ਐਸੀਆਂ ਐਗਜ਼ਾਮਪਲ ਸਾਡੇ ਕੋਲ ਆਪਣੇ ਆਪ ਲੋਕਾਂ ਨੇ ਹਿੰਮਤ ਕਰਕੇ ਕੀਤੀਆਂ, ਤੇ ਅਗਰ ਸਰਕਾਰ ਨਾਲ ਖੜ ਜਾਵੇ, ਸੰਸਥਾਵਾਂ ਖੜ ਜਾਣ, ਸੰਸਥਾਵਾਂ ਹੀ ਸਰਕਾਰ ਦਾ ਹਿੱਸਾ ਹੈ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਮਿਲ ਕੇ ਉਹ ਕਲਚਰ ਡਿਵੈਲਪ ਕਰੀਏ। ਤਾਂ ਮੇਰਾ ਖਿਆਲ ਹੈ ਕਿ ਜਿਹੜਾ ਬ੍ਰੇਨ ਡਰੇਨ ਹੈਗਾ, ਜਿਹੜਾ ਇੱਥੇ ਰੁਕਣਾ ਚਾਹੁੰਦਾ, ਰੁਕਣਾ ਸਾਰਿਆਂ ਨੇ ਨਹੀਂ ਰੁਕਣਾ ਹੈ। ਇਹ ਸਾਡਾ ਹਿਸਟੋਰੀਕਲ, ਸਾਡਾ ਇਤਿਹਾਸ ਹੀ ਇੱਦਾਂ ਦਾ ਹੈ ਕਿ ਅਸੀਂ ਪ੍ਰੋਗਰੈਸਿਵ ਹੈ। ਜੇ ਸਾਡੇ ਬੰਦੇ ਅੱਜ ਜਾ ਕੇ ਕੈਨੇਡਾ, ਅਮਰੀਕਾ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਨੇ, ਮਿਨਿਸਟਰ ਬਣੇ ਨੇ, ਤਾਂ ਸਾਨੂੰ ਉਸਦਾ ਕੀ ਨੁਕਸਾਨ ਹੋ ਗਿਆ? ਇੰਡੀਅਨ ਇਕੋਨਮੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਇਸ ਵੇਲੇ ਫੋਰਨ ਐਕਸਚੇਂਜ ਦਾ, ਉਹ ਸਾਡੇ NRI ਹੈ, ਸਾਡਾ ਡਾਇਸਪੋਰਾ ਹੈ। ਉਹ ਨਾ ਹੁੰਦੇ ਤੇ ਅੱਜ ਇੰਡੀਅਨ ਇਕੋਨਮੀ ਬਹੁਤ ਥੱਲੇ ਹੋਣੀ ਸੀ। ਮੈਂ ਇਹਨੂੰ ਮਾੜਾ ਨਹੀਂ ਸਮਝਦਾ, ਲੇਕਿਨ ਸਹੀ ਢੰਗ ਤਰੀਕੇ ਦੇ ਨਾਲ ਇੱਕ ਚੰਗੀ ਸੋਚ ਲੈ ਕੇ ਬਾਹਰ ਜਾਣਾ, ਨਿਰਾਸ਼ ਹੋ ਕੇ ਜਾਣਾ ਉਹ ਗਲਤ ਹੈ। ਜਿਹੜੀ ਨਿਰਾਸ਼ਾ ਹੈ, ਸਾਡੇ ਕੋਲ ਵੀ ਬਰਾਬਰ ਦੇ ਮੌਕੇ ਚਾਹੀਦੇ ਨੇ। ਸਾਡੇ ਕੋਲ ਬਾਹਰਲੀਆਂ ਸਟੇਟਾਂ ਦੇ ਆ ਕੇ ਬੱਚੇ ਕੰਮ ਕਰ ਹੀ ਰਹੇ ਨੇ। ਪੰਜਾਬ ਦੇ ਵਿੱਚ ਇਸ ਵੇਲੇ ਗੈਰ ਪੰਜਾਬੀ ਜਿਹੜੇ ਨੇ ਵਿਦਿਆਰਥੀ ਆ, ਤੁਸੀਂ ਉਹਨਾਂ ਦੀ ਗਿਣਤੀ ਕਢਾ ਕੇ ਦੇਖੋ, ਬਹੁਤ ਜ਼ਿਆਦਾ ਹੈਗੀ। ਇਟ ਮੀਨਸ ਕਿ ਸਾਡੇ ਪੰਜਾਬ 'ਚ ਅਪਰਚੁਨਿਟੀਜ਼ ਹੈਗੀਆਂ ਨੇ। ਸਾਡੀ ਆਪਣੇ ਕੈਂਪਸ ਦੇ ਵਿੱਚ ਅਸੀਂ ਇੱਥੇ ਇਹ ਵੀ ਚਰਚਾ ਹੁੰਦੀ ਕਿ ਕੰਪਨੀਜ਼ ਨਹੀਂ ਆਉਂਦੀਆਂ ਜੀ, ਮੌਕੇ ਨਹੀਂ ਮਿਲਦੇ। ਇੰਸਟੀਚਿਊਟ ਦੀ ਦੋ ਤਰ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਇੱਕ ਇੰਪਲਾਏਬਲ ਬਣਾਉਣਾ ਅਤੇ ਦੂਸਰਾ ਇੰਪਲਾਇਮੈਂਟ ਅਪਰਚੁਨਿਟੀ ਪ੍ਰੋਵਾਈਡ ਕਰਨਾ। 800 ਮਲਟੀਨੈਸ਼ਨਲ ਕੰਪਨੀਜ਼, ਛੋਟੀਆਂ ਮੋਟੀਆਂ ਨਹੀਂ, ਮੈਂ ਇੱਥੇ ਕੋਈ ਮਾਰਕੀਟਿੰਗ ਕਰਨੀ ਹੈ, ਲੇਕਿਨ ਮੈਂ ਦੱਸਣਾ ਚਾਹੁੰਦਾ ਕੌਨਫੀਡੈਂਸ ਦੇ ਵਾਸਤੇ ਕਿ ਅਸੀਂ ਕੋਵਿਡ ਦੇ ਵਿੱਚ ਵਿਜ਼ਿਟ ਕਰਾਈਆਂ ਆਪਣੇ ਕੈਂਪਸ ਦੇ ਵਿੱਚ, ਉਹ ਡਰਾਈਵ ਹੋਈਆਂ ਨੇ। ਮੇਰੇ ਕੋਲ ਰਿਕਾਰਡ ਆ, ਜਿਹੜਾ ਮਰਜ਼ੀ ਆ ਕੇ ਦੇਖ ਸਕਦਾ। ਅਪਰਚੁਨਿਟੀ ਦੀ ਕੋਈ ਕਮੀ ਨਹੀਂ ਹੈ। ਨਿਰਾਸ਼ਾਵਾਦੀ ਜਿਹੜਾ ਇੱਕ ਨਰੇਟਿਵ ਅਸੀਂ ਬਿਲਡ ਕਰ ਰਹੇ ਨੇ, ਅਸੀਂ ਅਵੋਇਡ ਕਰੀਏ। ਮੈਂ ਮੀਡੀਆ ਨੂੰ ਰਿਕੁਐਸਟ ਕਰੂੰਗਾ, ਰਾਜਨੀਤਿਕ ਲੋਕਾਂ ਨੂੰ ਵੀ ਗਾਲੂਗਾ, ਨਿਰਾਸ਼ਾ ਵਿੱਚੋਂ ਕੁਝ ਨਹੀਂ ਨਿਕਲਣਾ, ਆਸ਼ਾ ਵਿੱਚੋਂ ਨਿਕਲਣਾ। ਅਸੀਂ ਪੰਜਾਬ ਦੇ ਭਵਿੱਖ ਦੇ ਵਾਸਤੇ, ਅੱਗੇ ਆਉਣ ਵਾਲਾ ਜਿਹੜਾ ਸਮਾਂ ਆ ਰਿਹਾ ਹੈਗਾ, ਉਸ ਦੇ ਵਾਸਤੇ, ਆਉਣ ਵਾਲੇ 25 ਸਾਲ ਦਾ ਜਿਹੜਾ ਸਾਡੇ ਦੇਸ਼ ਦਾ ਇੱਕ ਨਵਾਂ ਏਜੰਡਾ ਬਣ ਰਿਹਾ ਹੈਗਾ ਕਿ ਅਸੀਂ ਇੱਕ ਨਵੇਂ ਦੌਰ ਦੇ ਵਿੱਚ ਪ੍ਰਵੇਸ਼ ਹੋ ਰਹੇ ਹਾਂ, ਤੇ ਅਸੀਂ ਉਸ ਦੇ ਵਾਸਤੇ ਪੰਜਾਬ ਜਿਹੜਾ ਉਸ ਦੇ ਵਿੱਚ ਮੋਹਰੀ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਅੱਛਾ ਡਾਕਟਰ ਵਿਕਰਾਂਤ ਜੀ, ਜਲਦੀ ਤੁਹਾਡੇ ਤੋਂ ਤੇ ਵਡੇਰਾ ਸਾਹਿਬ ਤੋਂ ਵੀ ਇੱਕ ਸਵਾਲ ਲੈ ਲੈਂਦੇ ਹਾਂ। ਤੁਸੀਂ ਪ੍ਰੈਕਟੀਕਲ ਨੌਲੇਜ ਦੀ ਗੱਲ ਕੀਤੀ, ਤੇ ਤੁਹਾਨੂੰ ਲੱਗਦਾ ਹੈ ਕਿ ਹਾਲੇ ਵੀ ਪੰਜਾਬ 'ਚ ਇਸ 'ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ? ਕਿਉਂਕਿ ਮੈਂ ਖੁਦ ਆਪਣੀ ਸਟੱਡੀਜ਼ ਦੇ ਬਾਰੇ ਦੱਸ ਸਕਦੀ ਹਾਂ ਕਿ ਮੈंने ਕਾਮਰਸ ਕੀਤੀ। ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਲੈ ਕੇ ਜਾਂਦੇ ਕੰਪਨੀਜ਼ ਦੇ ਵਿੱਚ ਕਿ ਤੁਸੀਂ ਬੈਲੈਂਸ ਸ਼ੀਟ ਨੂੰ ਰੀਕਨਸਾਈਲ ਕਰਕੇ ਦਿਖਾਓ। ਪੰਜਾਬ ਦੇ ਵਿੱਚ ਹਾਲੇ ਵੀ ਸਿਰਫ ਉਹੀ ਰਹਿੰਦਾ ਹੈ ਕਿ ਤੁਸੀਂ ਜਾਓ, ਆਪਣੀ ਸਟੱਡੀਜ਼ ਕਰੋ, ਉੱਥੇ ਤੁਹਾਨੂੰ ਪ੍ਰੋਫੈਸਰ ਪੜ੍ਹਾਉਣਗੇ, ਉਸ ਤੋਂ ਬਾਅਦ ਤੁਸੀਂ ਘਰ ਜਾਓ, ਪ੍ਰੈਕਟਿਸ ਕਰੋ, ਕੱਲ ਫਿਰ ਤੁਸੀਂ ਆ ਜਾਓ। ਤੁਹਾਨੂੰ ਲੱਗਦਾ ਹੈ ਕਿ ਪ੍ਰੈਕਟੀਕਲ ਨੌਲੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ? ਮੈਂ ਪਹਿਲੇ ਵੀ ਇਹੀ ਗੱਲ ਤੇ ਫੋਕਸ ਕੀਤਾ ਹੈ ਕਿ ਸਾਨੂੰ ਇੰਡਸਟਰੀ ਨਾਲ ਮਿਲ ਕੇ, ਜਾਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਕਮਰਸ ਦੀ ਐਜੂਕੇਸ਼ਨ ਅਚੀਵ ਕੀਤੀ, CAs ਨੂੰ ਸਪੈਸ਼ਲ ਆਪਣੀ ਯੂਨੀਵਰਸਿਟੀ 'ਚ ਬੁਲਾਓ। ਅਸੀਂ ਇਹ ਕਲਚਰ ਅਡਾਪਟ ਆਲਰੇਡੀ ਕੀਤਾ ਹੋਇਆ ਕਿ CAs ਨੂੰ ਆਪਣੀ ਯੂਨੀਵਰਸਿਟੀ ਬੁਲਾਉਂਦੇ ਹਾਂ,
ਤਾਂ ਕਿ ਉਹ ਬੱਚਿਆਂ ਨੂੰ ਪੂਰੀ ਗਾਈਡੈਂਸ ਦੇ ਸਕਣ। ਕਿਉਂਕਿ ਮੇਨ ਇਸੇ ਚੀਜ਼ ਦੀ ਜ਼ਰੂਰਤ ਹੈ। ਦੇਖੋ, ਇੱਕ ਤਾਂ ਅਸੀਂ ਆਪਣਾ ਐਜੂਕੇਸ਼ਨ ਦਾ ਥੋੜ੍ਹਾ ਢਾਂਚਾ ਚੇਂਜ ਕਰ ਲਈਏ, ਸੈਕੰਡਲੀ ਇੰਪਲੋਏਬਿਲਿਟੀ ਵਧਾ ਦਈਏ, ਕਿਸੇ ਤਰੀਕੇ ਇੰਡਸਟਰੀ ਇੱਥੇ ਜ਼ਿਆਦਾ ਡਿਵੈਲਪ ਹੋ ਸਕੇ। ਤੇ ਮੇਰੇ ਅਕੋਰਡਿੰਗਲੀ ਜੇ ਬੱਚੇ ਨੂੰ ਘਰ 'ਚ ਰੋਟੀ ਮਿਲੇਗੀ, ਵਿਦੇਸ਼ ਵੱਲ ਕੋਈ ਨਹੀਂ ਜਾਏਗਾ। ਠੀਕ ਹੈ, ਮੈਂ ਇੱਥੇ ਮੰਚ ਤੇ ਮਿਨਿਸਟਰ ਸਾਹਿਬ ਨੂੰ ਵੀ ਇਹੀ ਕਰੂੰਗਾ, ਰਿਕੁਐਸਟ ਹੈ ਮੇਰੀ ਕਿ ਇੱਥੇ ਇੱਦਾਂ ਦੇ ਜਨਰੇਟ ਕਰ ਦਿਓ ਚੀਜ਼ਾਂ ਤਾਂ ਕਿ ਬੱਚਾ ਬਾਹਰ ਨਹੀਂ ਜਾਏ। ਇੱਥੋਂ ਬੱਚੇ ਨੂੰ ਬੜੀ ਕਿਉਰਿਓਸਿਟੀ ਹੁੰਦੀ ਕਿ ਮੈਂ ਅਬਰੋਡ ਜਾ ਕੇ ਸੈਟਲ ਹੋ ਜਾਵਾਂ, ਮਗਰ ਜਦੋਂ ਬੱਚਾ ਉੱਥੇ ਚਲੇ ਜਾਂਦਾ ਉਦੋਂ ਜਿਹੜੀਆਂ ਨੂੰ ਮੁਸ਼ਕਿਲਾਂ ਆਉਂਦੀਆਂ ਜਾਂ ਡਿਫਿਕਲਟੀਜ਼ ਜੋ ਵੀ ਉਹ ਫੇਸ ਕਰਦਾ, ਉਹਨੂੰ ਇੱਕ ਵਾਰੀ ਪੰਜਾਬ ਦੀ ਯਾਦ ਜ਼ਰੂਰ ਆਉਂਦੀ ਹੈ। ਮਗਰ ਉਹਦੇ 'ਚੋਂ ਤੁਸੀਂ ਦੇਖਿਆ ਹੋਵੇਗਾ ਕਾਫੀ ਬੱਚੇ ਜਿਹੜੇ ਇੱਧਰੋਂ ਘਰੋਂ ਸਰਦੇ ਹੁੰਦੇ ਵਾਪਸ ਵੀ ਆ ਜਾਂਦੇ ਆ, ਜਿਨ੍ਹਾਂ ਦੇ ਨਹੀਂ ਸਰਦੇ ਹੁੰਦੇ ਲੋਨ ਲੈ ਕੇ ਵਿਚਾਰੇ ਗਏ ਹੁੰਦੇ ਜਾਂ ਆਪਣੇ ਰਿਲੇਟਿਵਸ ਤੋਂ ਪੈਸੇ ਲੈ ਕੇ ਗਏ ਹੁੰਦੇ, ਉਹ ਸੈਟਲ ਡਾਊਨ ਹੋ ਜਾਂਦੇ ਆ। ਮਗਰ ਕਿਤੇ ਨਾ ਕਿਤੇ ਉਹਨਾਂ ਦੀ ਆਤਮਾ ਫਿਰ ਵੀ ਇੱਥੇ ਪੰਜਾਬ 'ਚ ਹੀ ਰਹਿੰਦੀ ਹੈ। ਜੋ ਤੁਸੀਂ ਕਹਿ ਰਹੇ ਹੋ ਉਹਦੀ ਬਹੁਤ ਰਿਕੁਆਇਰਮੈਂਟ ਹੈ, ਚਾਹੇ ਉਹ ਕਾਲਜਿਸ ਹੈ ਚਾਹੇ ਯੂਨੀਵਰਸਿਟੀਜ਼ ਹੈ, ਉਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਬਿਲਕੁਲ। ਪਟੇਰਾ ਸਾਹਿਬ, ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ? ਹਾਂਜੀ, ਆਈ ਥਿੰਕ ਮੈਂ ਇੱਕੋ ਛੋਟੀ ਜਿਹੀ ਲਾਈਨ ਜਾਂ ਇੱਕ ਦੋ ਲਾਈਨਾਂ ਦੇ ਵਿੱਚ ਇਹਨੂੰ ਕਰਨ ਦੀ ਕੋਸ਼ਿਸ਼ ਕਰੂੰਗਾ ਕਲੱਬ।